ਨਮੋ ਬੁੱਧਾਏ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਸਤਿ ਸ਼੍ਰੀ ਅਕਾਲ, ਜੈ ਸੰਵਿਧਾਨ। ਸਤਿਕਾਰਯੋਗ ਸਾਥੀਓ, ਅੱਜ ਅਸੀਂ ਜਿਹੜਾ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਉਹ ਪ੍ਰੋਗਰਾਮ ਸੰਵਿਧਾਨ ਦਿਵਸ ਤੇ ਹੈ। ਹਮੇਸ਼ਾ ਅਸੀਂ ਕਿਸੇ ਨਾ ਕਿਸੇ ਮੁੱਖ ਮਹਿਮਾਨ ਨੂੰ, ਜਾਣੀ ਪਹਿਚਾਣੀ ਹਸਤੀ ਨੂੰ ਲੈ ਕੇ ਆਈਦਾ। ਔਰ ਇਹ ਜੋ ਪ੍ਰੋਗਰਾਮ ਹੈ, ਇਹ ਪ੍ਰੋਗਰਾਮ ਇੱਕ ਕਦਮ ਪਰਿਵਰਤਨ ਕੀ ਟੀਮ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਅਸੀਂ ਅੱਗੇ ਪੇਸ਼ ਕਰਦੇ ਹਾਂ। ਔਰ ਜਿਹੜੇ ਸਾਡੇ ਅੱਜ ਮੁੱਖ ਮਹਿਮਾਨ ਹਨ ਉਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ। ਉਹਨਾਂ ਨੇ ਪ੍ਰੋਫੈਸਰ ਗੁਰਨਾਮ ਸਿੰਘ ਜੀ ਮੁਕਤਸਰ, ਉਹਨਾਂ ਦੇ ਨਾਲ ਕੰਧੇ ਦੇ ਨਾਲ ਕੰਧਾ ਲਾ ਕੇ ਪੂਰੀ ਜ਼ਿੰਦਗੀ ਕੰਮ ਕੀਤਾ ਔਰ ਉਹਨਾਂ ਦੇ ਜਾਣ ਤੋਂ ਬਾਅਦ ਵੀ ਕੰਮ ਕਰ ਰਹੇ ਆ। ਮੂਲ ਭਾਰਤੀ ਧੰਮ ਸੰਘ ਚਿੰਤਨ ਦੇ ਪ੍ਰੋਫੈਸਰ ਗੁਰਨਾਮ ਸਿੰਘ ਜੀ ਮੁਕਤਸਰ ਜੀ ਤੋਂ ਬਾਅਦ ਪ੍ਰਿੰਸੀਪਲ ਜੋਗਿੰਦਰ ਸਿੰਘ ਬਲਮਗੜ੍ਹ, ਔਰ ਬੜੇ ਨੇਕ ਇਨਸਾਨ ਆ। ਇੱਕ ਵਾਰ ਪ੍ਰਿੰਸੀਪਲ ਜੋਗਿੰਦਰ ਸਿੰਘ ਬਲਮਗੜ੍ਹ ਜੀ ਨੂੰ ਅਸੀਂ ਮਿਲਣ ਗਏ, ਸਾਡੇ ਸਾਥੀ। ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਅਮਰ ਵਹਿ ਇਡਲੀ ਵੀ ਨਾਲ ਸਨ। ਤਾਂ ਜਦੋਂ ਅਸੀਂ ਉਹਨਾਂ ਨੂੰ ਜਾ ਕੇ ਮਿਲੇ ਤਾਂ ਸਾਡੇ ਤੋਂ ਪਹਿਲਾਂ ਹੀ ਕੋਟਕਪੂਰੇ ਬੁੱਧ ਵਿਹਾਰ ਵਿਖੇ ਪ੍ਰਿੰਸੀਪਲ ਜੋਗਿੰਦਰ ਸਿੰਘ ਜੀ ਬੈਠੇ ਸਨ ਸਾਡੀ ਉਡੀਕ ਦੇ ਵਿੱਚ। ਤਾਂ ਜਿਹੜੀ ਉਹਨਾਂ ਨੇ ਗੱਲ ਕਹੀ ਉਹ ਬੜੀ ਬਾਕਮਾਲ ਸੀ ਸਾਥੀਓ। ਉਹ ਕਹਿਣ ਲੱਗੇ ਕਿ ਮੇਰੇ ਲਈ ਮਿਸ਼ਨ ਪਹਿਲਾਂ ਆ, ਰਿਸ਼ਤੇਦਾਰੀ ਜਾਂ ਹੋਰ ਕਾਰ ਵਿਹਾਰ ਜਿਹੜੇ ਆ ਜ਼ਿੰਦਗੀ ਦੇ ਉਹ ਬਾਅਦ ਵਿੱਚ ਆ। ਕਹਿੰਦੇ ਮੇਰੇ ਪਰਿਵਾਰ ਦੇ ਮੈਂਬਰ ਮੈਨੂੰ ਪੁੱਛ ਕੇ ਤੈਅ ਕਰਦੇ ਹੈਗੇ ਆ ਕਿ ਫਲਾਨੀ ਤਰੀਕ ਨੂੰ ਤੁਹਾਡੇ ਕੋਲ ਸਮਾਂ ਹੈਗਾ। ਸਾਥੀਓ, ਕਿੱਡੀ ਬੜੀ ਗੱਲ ਹੈਗੀ ਆ। ਪ੍ਰੋਫੈਸਰ ਸਾਹਿਬ ਇਹ ਕਹਿੰਦੇ ਹੁੰਦੇ ਸੀਗੇ ਕਿ ਇਹ ਘੋੜੇ ਦੀਆਂ ਬਾਗਾਂ ਕਹਿੰਦੇ ਮੇਰੇ ਹੱਥ ਵਿੱਚ ਆ। ਜਿੱਦਾਂ ਗੁਰੂ ਕਬੀਰ ਕਹਿੰਦੇ ਆ ਨਾ, ਵੀ ਮਤਲਬ ਕਿ ਮੈਂ ਇਹਨੂੰ ਵਾਧੂ ਇਹਨੂੰ ਭੱਜਣ ਨਹੀਂ ਦਿੰਦਾ ਹੈਗਾ, ਮੈਂ ਆਪਣੀ ਮਰਜ਼ੀ ਨਾਲ ਚਲਾਣਾ। ਇਸੇ ਤਰ੍ਹਾਂ ਇਸ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਤੇ ਚੱਲਣ ਵਾਲੇ ਜਿਹੜੇ ਮਨੁੱਖ ਆ ਬਹੁਤ ਘੱਟ ਹੁੰਦੇ। ਤਾਂ ਉਹਨਾਂ ਦੇ ਵਿੱਚੋਂ ਪ੍ਰਿੰਸੀਪਲ ਜੋਗਿੰਦਰ ਸਿੰਘ ਬਲਮਗੜ੍ਹ ਜੀ ਹਨ। ਤੇ ਇੱਥੇ ਬਸ ਨਹੀਂ, ਡਿਸਟ੍ਰਿਕਟ ਬਠਿੰਡਾ ਸੀਨੀਅਰ ਸਕੂਲ ਪਿੰਡ ਜਿਹੜਾ ਦਿਉਣ ਹੈਗਾ, ਸਿੱਖਿਆ ਵਿਭਾਗ ਵੱਲੋਂ ਉਹਨਾਂ ਨੂੰ 2018 ਤੇ 19 ਦੇ ਵਧੀਆ ਨਤੀਜੇ ਆਉਣ ਤੇ ਉਹਨਾਂ ਨੂੰ ਇੱਕ ਅਵਾਰਡ ਦਿੱਤਾ ਗਿਆ। ਉਹਨਾਂ ਦੀ ਬਹੁਤ ਜ਼ਿਆਦਾ ਮਿਹਨਤ ਹੈ। ਸਿੱਖਿਆ ਬੋਰਡ ਦੇ ਜਿੰਨੀਆਂ ਵੀ ਕਲਾਸਾਂ ਹੈਗੀਆਂ, ਜਿੰਨੇ ਵੀ ਬੱਚੇ ਆ ਪੰਜਾਬ ਦੇ ਵਿੱਚੋਂ, ਦਿਉਣ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹੈਗਾ ਉਹਦੇ ਵਿੱਚ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ। ਤੇ ਜਦੋਂ 2010 ਤੋਂ ਉੱਥੇ ਉਹਨਾਂ ਨੇ ਆਪਣੀ ਜਾਣੀ ਕਿ ਜਿਹੜਾ ਅਹੁਦਾ ਸੰਭਿਆ, ਔਰ ਜਦੋਂ ਉਸ ਸਕੂਲ ਦੇ ਵਿੱਚ ਗਏ ਉਦੋਂ ਤੋਂ ਲੱਗ ਕੇ ਜਿਹੜੇ ਨਤੀਜੇ ਆ ਹਮੇਸ਼ਾ ਇਸ ਸੀਨੀਅਰ ਸਕੂਲ ਦੇ ਵਧੀਆ ਆਉਂਦੇ ਆ। ਔਰ ਉਹਨਾਂ ਨੂੰ ਅਵਾਰਡ ਦੇ ਨਾਲ ਸਨਮਾਨਿਆ ਗਿਆ ਹੈਗਾ 2018 ਤੇ 19 ਦੇ ਵਿੱਚ। ਸਾਥੀਓ, ਇਮਾਨਦਾਰੀ ਦੇ ਨਾਲ ਜਿਹੜੇ ਮਨੁੱਖ ਕੰਮ ਕਰਦੇ ਆ ਤਾਂ ਉਹਨਾਂ ਦੀ ਸਾਰੇ ਪਾਸੇ ਜੈ ਜੈਕਾਰ ਹੁੰਦੀ ਆ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਰਦਾਰ ਜੋਗਿੰਦਰ ਸਿੰਘ ਬਲਮਗੜ੍ਹ, ਮੂਲ ਭਾਰਤੀ ਧੰਮ ਸੰਘ ਚਿੰਤਨ ਦੇ ਪ੍ਰਧਾਨ, ਇੱਕ ਕਦਮ ਪਰਿਵਰਤਨ ਕੀ ਟੀਮ ਵੱਲੋਂ ਉਹਨਾਂ ਦਾ ਸਵਾਗਤ ਕਰਦਾ ਹਾਂ। ਸਰਦਾਰ ਜੋਗਿੰਦਰ ਸਿੰਘ ਬਲਮਗੜ੍ਹ ਜੀ, ਆਪ ਜੀ ਦਾ ਇੱਕ ਕਦਮ ਪਰਿਵਰਤਨ ਕੀ ਟੀਮ ਵੱਲੋਂ ਸਵਾਗਤ ਹੈ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ। ਇੱਕ ਕਦਮ ਪਰਿਵਰਤਨ ਕੀ ਔਰ ਬਲਵਿੰਦਰ ਚਮੜ ਜੀ, ਉਹਨਾਂ ਦੀ ਪੂਰੀ ਟੀਮ ਦਾ, ਔਰ ਮੇਰੀ ਆਵਾਜ਼ ਨੂੰ ਜੋ ਸੁਣ ਰਹੇ ਸਾਰੇ ਸਰੋਤਿਆਂ ਨੂੰ, ਮਿਸ਼ਨਰੀ ਸਾਥੀਆਂ ਨੂੰ, ਜੈ ਭੀਮ, ਜੈ ਭਾਰਤ, ਨਮੋ ਬੁੱਧਾ, ਜੈ ਗੁਰਦੇਵ, ਜੈ ਸੰਵਿਧਾਨ ਜੀ। ਜੈ ਭੀਮ, ਜੈ ਭਾਰਤ। ਧੰਨਵਾਦ ਕਰਦਾ ਕਿ ਤੁਸੀਂ ਮੇਰੇ ਬਾਰੇ ਦੋ ਸ਼ਬਦ ਕਹੇ ਔਰ ਸਮਾਜ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਦਿੱਤਾ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਚਮੜ ਜੀ। ਹਾਂਜੀ, ਸਾਨੂੰ ਬਹੁਤ ਮਾਣ ਆ ਕਿਉਂਕਿ ਤੁਸੀਂ ਮੈਦਾਨੀ ਪੱਧਰ ਤੇ, ਅਸੀਂ ਤਾਂ ਬਾਹਰ ਬੈਠੇ ਆ ਨਾ, ਸਾਡੇ ਹਿੱਸੇ ਦੀ ਜਿਹੜੀ ਲੜਾਈ ਤੁਹਾਡੀ ਟੀਮ ਲੜ ਰਹੀ ਆ, ਜੋ ਸਮਾਜਿਕ ਪਰਿਵਰਤਨ ਦਾ ਕੰਮ ਤੁਸੀਂ ਕਰ ਰਹੇ ਹੋ, ਉਹ ਬਹੁਤ ਵਧੀਆ ਇੱਕ ਸ਼ਲਾਘਾਯੋਗ ਕਦਮ ਆ।
ਔਰ ਹੂੰ ਕਾਫੀ ਸਮੇਂ ਤੋਂ ਅਸੀਂ ਦੇਖ ਰਹੇ ਹਾਂ, ਆਪਾਂ ਮਿਲੇ ਵੀ ਸੀਗੇ, ਤੇ ਜਿੱਥੇ ਹੂੰ, ਵੀ ਸਮਾਜ ਨੂੰ ਕਿਤੇ ਲੋੜ ਪੈਂਦੀ ਉੱਥੇ ਤੁਸੀਂ ਪਹੁੰਚਦੇ ਆ। ਔਰ ਹਾਂਜੀ ਸਰ ਜੀ, ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈਗਾ, ਉਹ ਹੂੰ ਵਿਸ਼ਾ ਹੈਗਾ ਜੀ ਕਿ ਸੰਵਿਧਾਨ ਦਿਵਸ ਤੇ। ਹਾਂਜੀ ਸੰਵਿਧਾਨ ਦਿਵਸ ਤੇ ਅੱਜ ਆਪਾਂ ਨੇ ਸਤਿਕਾਰਯੋਗ ਸਾਥੀਓ ਗੱਲ ਕਰਨੀ ਹੈ। ਇਸ ਲੈਬ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਇਕ ਕਰਨਾ, ਤੇ ਵੱਧ ਤੋਂ ਵੱਧ ਅਸੀਂ ਸਰ ਹੋਣਾ ਤੋਂ ਅੱਜ ਜਾਣਕਾਰੀਆਂ ਲਵਾਂਗਾ। ਉਹ ਤੋਂ ਪਹਿਲਾਂ ਅੱਜ ਦੇ ਥੋੜੇ ਮਾਹੌਲ ਦੀ ਮੈਂ ਗੱਲ ਕਰ ਲਵਾਂ ਕਿ ਬਾਬਾ ਸਾਹਿਬ ਕਿੰਨੇ ਦੂਰ ਅੰਦੇਸ਼ੀ ਸੀਗੇ। ਬਾਬਾ ਸਾਹਿਬ ਕਹਿੰਦੇ ਹਨ ਕਿ ਜੇਕਰ ਰਾਜਨੀਤਿਕ ਪਾਰਟੀਆਂ ਧਰਮ ਪੰਥ ਨੂੰ ਦੇਸ਼ ਤੋਂ ਉੱਪਰ ਰੱਖਣਗੀਆਂ ਤਾਂ ਸਾਡੀ ਆਜ਼ਾਦੀ ਦੂਜੀ ਵਾਰ ਖਤਰੇ ਵਿੱਚ ਆ ਜਾਵੇਗੀ। ਇਸ ਵਾਰੀ ਸ਼ਾਇਦ ਅਸੀਂ ਉਸ ਨੂੰ ਹਮੇਸ਼ਾ ਲਈ ਗਵਾ ਦੇਵਾਂਗੇ। ਅੱਜ ਸੰਵਿਧਾਨ ਤੇ ਬਹੁਤ ਹੀ ਜਿਹੜਾ ਖਤਰਾ ਮੰਡਰਾ ਰਿਹਾ ਹੈਗਾ। ਔਰ ਜੋ ਬ੍ਰਹਿਮਣੀ ਧਰਮ ਹੈ, ਮਨੂਵਾਦ ਹੈ, ਉਹ ਪੂਰੀ ਤਰ੍ਹਾਂ ਆਪਣੇ ਹਿਸਾਬ ਨਾਲ ਚਲਾ ਰਿਹਾ ਹੈ। ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਅੱਜ ਆਪਾਂ ਜਾਣਾਂਗੇ ਕਿ ਸੰਵਿਧਾਨ ਜਦੋਂ ਬਾਬਾ ਸਾਹਿਬ ਨੇ ਲਿਖਿਆ ਸੀਗਾ ਉਸ ਵੇਲੇ ਕੀ ਪ੍ਰਸਥਿਤੀਆਂ ਸਨ। ਤਾਂ ਸਰ ਜੀ, ਸਵਾਗਤ ਹੈ ਇੱਕ ਵਾਰ ਫੇਰ। ਤੁਸੀਂ ਸੰਵਿਧਾਨ ਬਾਰੇ ਆਪਣੀ ਗੱਲ ਰੱਖੋ ਜੀ। ਹਾਂਜੀ, ਸਤਿਕਾਰਯੋਗ ਸਾਥੀਓ, ਅੱਜ ਅਸੀਂ ਭਾਰਤੀ ਸੰਵਿਧਾਨ ਦੇ ਸੰਦਰਭ 'ਚ ਗੱਲਬਾਤ ਕਰ ਰਹੇ ਹਾਂ, ਚਰਚਾ ਕਰ ਰਹੇ ਹਾਂ। ਤਾਂ ਭਾਰਤੀ ਸੰਵਿਧਾਨ ਬਣਨ ਦੇ ਸਮੇਂ ਬਾਬਾ ਸਾਹਿਬ ਦੀਆਂ ਜਾਂ ਦੇਸ਼ ਦੀਆਂ ਕੀ ਪ੍ਰਸਥਿਤੀਆਂ ਸੀਗੀਆਂ, ਉਸ ਤੋਂ ਮੈਂ ਆਪਣੀ ਗੱਲ ਸ਼ੁਰੂ ਕਰਨਾ ਚਾਹਾਂਗਾ। ਜੀ ਕਿਉਂਕਿ ਅਗਰ ਸਾਨੂੰ ਭਾਰਤੀ ਸੰਵਿਧਾਨ ਨੂੰ ਅੱਜ ਉਸ ਨੂੰ ਖਤਰਾ ਹੈ ਜਾਂ ਉਸ ਨੂੰ ਬਚਾਉਣਾ ਹੈ, ਜੀ ਤਾਂ ਸਾਨੂੰ ਉਹਨਾਂ ਪ੍ਰਸਥਿਤੀਆਂ ਦਾ ਵੀ ਸਮਝ ਹੋਣੀ ਚਾਹੀਦੀ ਹੈ ਕਿ ਜਿਨ੍ਹਾਂ ਪ੍ਰਸਥਿਤੀਆਂ 'ਚ ਬਾਬਾ ਸਾਹਿਬ ਨੇ ਸੰਵਿਧਾਨ ਨੂੰ ਬਣਾਇਆ, ਔਰ ਬਾਬਾ ਸਾਹਿਬ ਨੇ ਜਿਸ ਮਿਹਨਤ ਨਾਲ ਤਸ਼ੱਦਦ ਜਿਹੜੀ ਉਹਨਾਂ ਨੇ ਸੰਘਰਸ਼ ਕਰਕੇ ਭਾਰਤੀ ਸੰਵਿਧਾਨ ਨੂੰ ਬਣਾਉਣ ਦੇ ਪਿੱਛੇ ਜਿਹੜੀ ਲੜਾਈ ਉਹਨਾਂ ਨੇ ਲੜੀ ਹੈ, ਜੀ ਉਸ ਦੇ ਇਤਿਹਾਸ ਨੂੰ ਸਮਝਣ ਦੀ ਸਭ ਤੋਂ ਵੱਡੀ ਸਾਡੀ ਜ਼ਰੂਰਤ ਹੈ। ਜੀ ਜੀ ਤਾਂ ਜਿਸ ਤਰ੍ਹਾਂ ਅਸੀਂ ਅੱਜ ਕਹਿ ਸਕਦੇ ਹਾਂ ਕਿ ਅੱਜ ਅਸੀਂ ਜੋ ਕੁਝ ਵੀ ਹਾਂ, ਜੀ ਉਹ ਬਾਬਾ ਸਾਹਿਬ ਦੇ ਸੰਘਰਸ਼ ਕਰਕੇ ਹਾਂ, ਭਾਰਤੀ ਸੰਵਿਧਾਨ ਕਰਕੇ ਹਾਂ। ਜੀ ਜੀ ਔਰ ਸਾਡੇ ਸਮਾਜ ਦੇ ਵਿੱਚ ਜੋ ਬਦਲਾਅ ਆਇਆ, ਉਹ ਜੀ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਤੋਂ ਬਾਅਦ ਹੀ ਆਇਆ। ਜੀ ਜੀ ਤਾਂ ਇਸ ਭਾਰਤੀ ਸੰਵਿਧਾਨ ਨੂੰ ਬਚਾਉਣ ਦੀ ਤੇ ਭਾਰਤੀ ਸੰਵਿਧਾਨ ਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜੀ ਅਸੀਂ ਅਕਸਰ ਬਾਬਾ ਸਾਹਿਬ ਦਾ ਜ਼ਿਕਰ ਕਰਦੇ ਹਾਂ, ਉਹਨਾਂ ਦਾ ਸੰਘਰਸ਼ ਦਾ ਜ਼ਿਕਰ ਕਰਦੇ ਹਾਂ, ਭਾਰਤੀ ਸੰਵਿਧਾਨ ਦਾ ਜ਼ਿਕਰ ਕਰਦੇ ਹਾਂ, ਪਰ ਜਿਹੜੀਆਂ ਕਠਿਨਾਈਆਂ, ਜਿਹੜੀਆਂ ਯਾਤਨਾਵਾਂ, ਜਿਹੜੀ ਲੜਾਈ, ਔਰ ਜੀ ਜਿਹੜੇ ਹਾਲਾਤਾਂ 'ਚ ਬਾਬਾ ਸਾਹਿਬ ਨੇ ਇਹ ਕੁਝ ਸਾਨੂੰ ਪ੍ਰਾਪਤ ਕਰਕੇ ਦਿੱਤਾ, ਉਹ ਬਹੁਤ ਹੀ ਇੱਕ ਕਹਿ ਸਕਦੇ ਹਾਂ ਕਿ ਇੱਕ ਲੰਬੀ ਜੱਦੋ-ਜਹਿਦ ਦਾ ਨਤੀਜਾ ਹੈ। ਔਰ ਇਹ ਬਹੁਤ ਆਸਾਨ ਕੰਮ ਨਹੀਂ ਸੀ, ਇਹ ਬਹੁਤ ਕਠਿਨਾਈਆਂ ਦੇ ਨਾਲ ਬਾਬਾ ਸਾਹਿਬ ਨੇ ਸਾਨੂੰ ਇਹ ਲੈ ਕੇ ਦਿੱਤਾ। ਤਾਂ ਮੈਂ ਗੱਲ ਸ਼ੁਰੂ ਕਰਾਂਗਾ ਕਿ ਬਾਬਾ ਸਾਹਿਬ ਨੂੰ ਜਦ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਸ ਦੇਸ਼ ਦੇ ਵਿੱਚੋਂ ਅੰਗਰੇਜ਼ ਜਿਹੜੇ ਹੈਗੇ ਉਹ ਛੱਡ ਕੇ ਚਲੇ ਜਾਣਗੇ, ਤਾਂ ਮੈਂ ਜੀ ਉੱਥੋਂ ਆਪਣੀ ਗੱਲ ਸ਼ੁਰੂ ਕਰਾਂਗਾ। ਜੀ ਜੀ ਕਿਉਂਕਿ ਜ਼ਰੂਰ। ਭਾਰਤੀ ਸੰਵਿਧਾਨ ਬਣਨ ਦੀ ਪ੍ਰਕਿਰਿਆ ਕਿਤੇ ਨਾ ਕਿਤੇ ਉੱਥੋਂ ਸ਼ੁਰੂ ਹੁੰਦੀ ਹੈ। ਔਰ ਅਸੀਂ ਇਸ ਗੱਲ ਦੀ ਸਮਝਣ ਦਾ ਯਤਨ ਕਰਾਂਗੇ ਕਿ ਅਸੀਂ ਉਸ ਟਾਈਮ ਤੇ ਬਾਬਾ ਸਾਹਿਬ ਦੇ ਸਾਹਮਣੇ ਕਿਹੜੀਆਂ-ਕਿਹੜੀਆਂ ਚੁਣੌਤੀਆਂ ਸੀ, ਤੇ ਬਾਬਾ ਸਾਹਿਬ ਨੇ ਉਹਨਾਂ ਚੁਣੌਤੀਆਂ ਨੂੰ, ਉਹਨਾਂ ਕਠਿਨਾਈਆਂ ਨੂੰ ਕਿਵੇਂ ਉਹਨਾਂ ਦੇ ਨਾਲ ਜੱਦੋ-ਜਹਿਦ ਕੀਤੀ, ਜੀ ਔਰ ਆਪਣੇ ਟੀਚੇ ਨੂੰ, ਜੋ ਉਹਨਾਂ ਨੇ ਉਦੇਸ਼ ਮਿਥਿਆ, ਜੋ ਆਪਣੇ ਸਮਾਜਿਕ ਬਰਾਬਰੀ ਦਾ ਜਾਂ ਸਾਡੇ ਵਾਸਤੇ ਜੋ ਕੁਝ ਲੜਾਈ ਉਹ ਇੱਕ ਮੰਜ਼ਿਲ ਤੱਕ ਪਹੁੰਚਣਾ ਚਾਹੁੰਦੇ ਸੀ, ਤਾਂ ਉਸ ਨੂੰ ਉਹਨਾਂ ਨੇ ਸਰ ਕੀਤਾ। ਜੀ ਜੀ ਤਾਂ ਜਿਹੜੀ ਸੰਸਾਰ ਜੰਗ ਦੂਸਰੀ ਹੈ, ਮੈਂ ਉਸ ਤੋਂ ਜੀ ਬਾਅਦ, ਕਿਉਂਕਿ ਪੂਰੇ ਸੰਸਾਰ ਦੇ ਹਾਲਾਤ ਇਹੋ ਜਿਹੇ ਬਣੇ ਕਿ ਅੰਗਰੇਜ਼ਾਂ ਨੇ ਕਿਤੇ ਨਾ ਕਿਤੇ ਫੈਸਲਾ ਕਰ ਲਿਆ ਕਿ ਅਸੀਂ ਇਸ ਭਾਰਤ ਨੂੰ ਛੱਡ ਕੇ ਚਲੇ ਜਾਵਾਂਗੇ। ਜੀ ਤਾਂ
ਭਾਰਤ ਨੂੰ ਛੱਡਣ ਦਾ ਜੋ ਫੈਸਲਾ ਅੰਗਰੇਜ਼ ਸਰਕਾਰ ਨੇ ਕੀਤਾ, ਤਾਂ ਉਸ ਤੋਂ ਬਾਅਦ ਇਹ ਵੱਡੀ ਚੁਣੌਤੀ ਸੀ ਕਿ ਦੇਸ਼ ਨੂੰ ਕਿਹੜੇ ਹੱਥਾਂ ਵਿੱਚ ਦਿੱਤਾ ਜਾਵੇ। ਬਿਲਕੁਲ। ਤਾਂ ਉਸ ਸਮੇਂ ਅੰਗਰੇਜ਼ ਸਰਕਾਰ ਨੇ ਇੱਕ ਕਮਿਸ਼ਨ ਭੇਜਿਆ, ਜਿਹਦਾ ਨਾਂ ਕ੍ਰਿਪਸ ਮਿਸ਼ਨ ਅਸੀਂ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ। ਔਰ ਉਸ ਅੰਗਰੇਜ਼ ਦਾ ਨਾਂ ਸਟੈਫੋਰਡ ਕ੍ਰਿਪਸ ਸੀ, ਜੀ ਜਿਹੜਾ ਭਾਰਤ ਦੇ ਵਾਸਤੇ ਪਹਿਲੀ ਵਾਰੀ ਉਹ ਭਾਰਤ ਦੇ ਅਲੱਗ-ਅਲੱਗ ਜੋ ਇਸ ਦੇਸ਼ ਦੇ ਨੇਤਾ ਸੀ ਜਾਂ ਇਸ ਦੇਸ਼ ਦੇ ਵਿੱਚ ਉਸ ਸਮੇਂ ਦੀ ਜੋ ਲੀਡਰਸ਼ਿਪ ਸੀ, ਉਹਦੇ ਨਾਲ ਗੱਲਬਾਤ ਕਰਨ ਵਾਸਤੇ ਇੱਕ ਯੋਜਨਾ ਲੈ ਕੇ ਜੀ ਜੋ ਹੈ ਉਹ ਆਇਆ ਕਿ ਭਾਰਤ ਨੂੰ ਜਦੋਂ ਇਹ ਅਸੀਂ ਛੱਡ ਕੇ ਜਾਵਾਂਗੇ ਤਾਂ ਕਿੰਨਾ ਹੱਥਾਂ ਵਿੱਚ ਇਹ ਜਾਏਗਾ। ਜੀ ਤਾਂ ਕ੍ਰਿਪਸ ਨੇ ਇੱਕ ਯੋਜਨਾ, ਜਿਹਨੂੰ ਕ੍ਰਿਪਸ ਯੋਜਨਾ ਦੇ ਨਾਂ ਨਾਲ ਜਾਣਿਆ ਜਾਂਦਾ ਅੱਛਾ ਹੈ, ਜੀ। ਕ੍ਰਿਪਸ ਯੋਜਨਾ ਉਹਨਾਂ ਨੇ ਇੱਕ ਉਸ ਸਮੇਂ ਦੇ ਜੋ ਨਹਿਰੂ, ਗਾਂਧੀ, ਪਟੇਲ, ਮੁਹੰਮਦ ਅਲੀ ਜਿਨਾਹ, ਜੀ ਬਾਬਾ ਸਾਹਿਬ ਅੰਬੇਡਕਰ, ਇਹਨਾਂ ਸਾਹਮਣੇ ਰੱਖੀ। ਜੀ ਬਾਬਾ ਸਾਹਿਬ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜੋ ਕ੍ਰਿਪਸ ਯੋਜਨਾ ਹੈਗੀ ਆ, ਉਹਦੇ 'ਚ ਸਾਡੀ ਨੁਮਾਇੰਦਗੀ ਦਾ ਕੋਈ ਵੀ ਵਿਕਲਪ ਨਹੀਂ। ਅੱਛਾ ਤਾਂ ਜੀ। ਬਾਬਾ ਸਾਹਿਬ ਦੇ ਸਾਹਮਣੇ, ਬਾਬਾ ਸਾਹਿਬ ਨੂੰ ਇੱਕ ਖਤਰੇ ਦਾ ਅਹਿਸਾਸ ਹੋਇਆ ਕਿ ਜਦੋਂ ਵੀ ਦੇਸ਼ ਦੀ ਵੰਡ ਹੋਏਗੀ ਤਾਂ ਇਸ ਦੇਸ਼ ਦੇ ਅਛੂਤਾਂ ਨੂੰ, ਸ਼ੂਦਰਾਂ ਨੂੰ ਇਸ ਜਿਹੜੀ ਰਾਜ ਭਗਤੀ ਹੈ ਉਹਦੇ ਵਿੱਚ ਕੋਈ ਨੁਮਾਇੰਦਗੀ ਮਿਲਣ ਦੀ ਆਸ ਨਹੀਂ। ਤਾਂ ਅੱਛਾ ਇਹ ਜੀ। ਸਾਡੇ ਨਾਲ ષਡਯੰਤਰ ਹੋ ਰਿਹਾ। ਬਾਬਾ ਸਾਹਿਬ ਨੂੰ ਇਸ ਗੱਲ ਦਾ ਅਹਿਸਾਸ ਹੋਇਆ। ਤਾਂ ਬਾਬਾ ਸਾਹਿਬ ਨੇ ਉਸ ਸਮੇਂ ਭਾਰਤ ਦੇ ਜਿੰਨੇ ਵੀ ਸਾਡੇ ਸੰਗਠਨ ਕੰਮ ਕਰ ਰਹੇ ਸੀ, ਸਾਡੇ ਲੋਕ ਕੰਮ ਕਰ ਰਹੇ ਸੀ, ਉਹਦੇ ਵਿੱਚ ਪੰਜਾਬ ਦੇ ਲੋਕ, ਪੱਛਮੀ ਬੰਗਾਲ ਦੇ ਲੋਕ, ਕੇਰਲਾ ਦੇ ਜਾਂ ਯੂਪੀ, ਬਿਹਾਰ ਤੋਂ ਬਾਬਾ ਸਾਹਿਬ ਦੇ ਸਾਹਮਣੇ ਜਿਹੜੇ ਉਸ ਸਮੇਂ ਸਮਰਥਕ ਸੀ, ਜਾਂ ਜਿਹੜੇ ਸਮਰਥਕ ਨਹੀਂ ਵੀ ਸੀ, ਜੀ ਉਹ ਸਮਾਜ ਵਾਸਤੇ ਕੰਮ ਕਰ ਰਹੇ ਸੀ। ਤਾਂ ਬਾਬਾ ਸਾਹਿਬ ਦੇ ਸਾਹਮਣੇ ਇਹ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਕਿ ਸਾਰਿਆਂ ਨੂੰ ਇੱਕ ਥਾਂ ਇਕੱਠੇ ਕੀਤਾ ਜਾਵੇ। ਜੀ ਗੱਲ ਸਮਝਣ ਵਾਲੀ ਇਹ ਹੈ ਕਿ ਬਾਬਾ ਸਾਹਿਬ ਨੇ ਆਪਣੀ ਇਸ ਰਣਨੀਤੀ ਦੇ ਤਹਿਤ ਇਹ ਬਣਾਇਆ ਕਿ ਪੂਰੇ ਦੇਸ਼ ਦੇ ਲੋਕਾਂ ਨੂੰ ਇਸ ਦੇ ਵਾਸਤੇ ਤਿਆਰ ਕਰਨਾ ਚਾਹੀਦਾ ਸਾਨੂੰ, ਕਿ ਸਾਡੇ ਵਾਸਤੇ ਇੱਕ ਖਤਰਾ ਜਿਹੜਾ ਹੈਗਾ ਉਹ ਆਣ ਖੜਾ ਹੋਇਆ ਕਿ ਅਗਰ ਅੰਗਰੇਜ਼ ਇਸ ਦੇਸ਼ ਵਿੱਚੋਂ ਚਲੇ ਜਾਂਦੇ ਆ ਤੇ ਅਸੀਂ ਇਸ ਦੇਸ਼ ਦੀ ਜੋ ਬ੍ਰਾਹਮਣਵਾਦੀ ਵਿਵਸਥਾ ਦੇ ਪੋਸ਼ਕ ਲੋਕ ਹੈ, ਉਹਨਾਂ ਦੇ ਅਸੀਂ ਅਗਰ ਉਹਨਾਂ ਦੇ ਹੱਥ 'ਚ ਆ ਜਾਂਦੇ ਹਾਂ, ਜਾਂ ਉਹਨਾਂ ਦੇ ਆਜ਼ਾਦੀ ਉਹਨਾਂ ਦੇ ਹੱਥ 'ਚ ਆ ਜਾਂਦੀ ਹੈ, ਤਾਂ ਸਾਡੇ ਜਿਹੜੇ ਅਧਿਕਾਰ ਉਹ ਕਿਸੇ ਵੀ ਤਰ੍ਹਾਂ ਸੁਰੱਖਿਅਤ ਨਹੀਂ ਰਹਿਣਗੇ। ਜੀ ਤਾਂ ਬਾਬਾ ਸਾਹਿਬ ਨੇ ਫਿਰ ਇਹ 29-30 ਮਾਰਚ 1942 ਜੀ ਦਿੱਲੀ ਦੇ ਵਿੱਚ ਇੱਕ ਮੀਟਿੰਗ ਸੱਦੀ। ਔਰ ਇਹਦੇ ਵਿੱਚ ਵਰਣਨਯੋਗ ਇਹ ਹੈ ਕਿ ਉਸ ਮੀਟਿੰਗ ਦੇ ਵਿੱਚ ਪਹਿਲੀ ਵਾਰ ਜੋਗਿੰਦਰ ਨਾਥ ਮੰਡਲ ਹੈ ਜਿਹੜੇ, ਉਹ ਬਾਬਾ ਸਾਹਿਬ ਨੂੰ ਮਿਲੇ। ਜੀ ਔਰ ਉਹਦੇ ਵਿੱਚ ਪੰਜਾਬ ਦੇ ਲੋਕ, ਯੂਪੀ, ਬਿਹਾਰ ਤੇ ਜਾਂ ਦੱਖਣ ਤੋਂ ਜਿਹੜੇ ਲੋਕ ਕੰਮ ਕਰ ਰਹੇ ਸੀ, ਬਾਬਾ ਸਾਹਿਬ ਦੇ ਸਮਰਥਕ ਸੀ ਜਾਂ ਹੋਰ ਸੰਗਠਨ ਸੀ, ਅੱਛਾ ਜੀ। ਤਾਂ ਉਹਨਾਂ ਨੇ ਬੁਲਾ ਕੇ ਬਾਬਾ ਸਾਹਿਬ ਨੇ ਇਸ ਖਤਰੇ ਦਾ ਉਹਨਾਂ ਨੂੰ ਅਹਿਸਾਸ ਕਰਾਇਆ ਕਿ ਅਗਰ ਅਸੀਂ ਇਸ ਤਰ੍ਹਾਂ ਬੈਠੇ ਰਹੇ ਤਾਂ ਭਾਰਤ ਦੀ ਜਦੋਂ ਵੰਡ ਹੋਏਗੀ ਤਾਂ ਉਹਦੇ 'ਚ ਸਾਨੂੰ ਕਿਸੇ ਵੀ ਤਰ੍ਹਾਂ ਕੋਈ ਜਿਹੜੀ ਹਿੱਸੇਦਾਰੀ ਮਿਲਣ ਦੀ ਸੰਭਾਵਨਾ ਨਹੀਂ ਹੈ। ਜੀ ਜੀ ਤਾਂ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕੀਤਾ ਕਿ ਅਸੀਂ ਕ੍ਰਿਪਸ ਯੋਜਨਾ ਨੂੰ ਨਹੀਂ ਮੰਨਾਂਗੇ। ਤਾਂ ਠੀਕ ਹੈ ਉਹਦੇ ਜੀ। ਵਾਸਤੇ ਬਾਬਾ ਸਾਹਿਬ ਨੇ ਇਸ ਗੱਲ ਦੀ ਤਿਆਰੀ ਕੀਤੀ ਕਿ ਅੰਗਰੇਜ਼ ਸਰਕਾਰ ਨੂੰ ਇਹ ਅਹਿਸਾਸ ਕਰਾਇਆ ਜਾਵੇ ਕਿ ਅਸੀਂ ਇੱਕ ਧਿਰ ਹਾਂ। ਜੀ ਜੀ ਅਸੀਂ ਜਿਹੜਾ ਹੈ ਇਸ ਦੇਸ਼ ਦੇ ਨਿਵਾਸੀ ਆ, ਇਸ ਦੇਸ਼ ਦੇ ਧਿਰ ਹਾਂ, ਔਰ ਸਾਡੀ ਜਿੰਨੀ ਗਿਣਤੀ ਆ ਉਹਦੇ ਮੁਤਾਬਕ ਸਾਨੂੰ ਜਿਹੜੀਆਂ ਅਧਿਕਾਰ ਆ ਜਿਹੜੇ ਉਹ ਮਿਲਣੇ ਚਾਹੀਦੇ ਸਾਨੂੰ। ਜੀ ਜੀ ਤਾਂ ਫਿਰ ਇੱਕ ਤੈਅ ਹੋਇਆ ਕਿ ਇੱਕ ਜਿਹੜੀ ਹੈਗੀ ਆ ਪੂਰੇ ਨੈਸ਼ਨਲ ਲੈਵਲ ਦੀ ਇੱਕ ਕਾਨਫਰੰਸ ਕੀਤੀ ਜਾਵੇ।
ਅੱਛਾ ਜੀ। ਔਰ ਸਾਰੇ ਭਾਰਤ ਦੇ ਲੋਕਾਂ ਨੂੰ ਬੁਲਾ ਕੇ ਉਸ ਨੂੰ ਇਹ ਦੱਸਿਆ ਜਾਵੇ ਕਿ ਅੰਗਰੇਜ਼ ਇਸ ਦੇਸ਼ ਵਿੱਚ ਜ਼ਿਆਦਾ ਦੇਰ ਨਹੀਂ ਰਹਿਣਗੇ ਤੇ ਸਾਨੂੰ ਆਪਣੀ ਲੜਾਈ ਹੈ ਜਿਹੜੀ ਉਹ ਲੜਨੀ ਚਾਹੀਦੀ। ਬਿਲਕੁਲ। ਇਸ ਮਾਮਲੇ 'ਚ ਫਿਰ ਬਾਬਾ ਸਾਹਿਬ ਨੇ ਜੋਗਿੰਦਰ ਨਾਥ ਮੰਡਲ ਜਾਂ ਹੋਰ ਜਿਹੜੇ ਆਗੂ ਸੀ ਉਸ ਟਾਈਮ ਤੇ, ਉਹਨਾਂ ਨੇ ਇਹ ਫੈਸਲਾ ਕੀਤਾ ਕਿ 18, 19 ਤੇ 20 ਜੁਲਾਈ 1942 ਨੂੰ ਜੀ ਨਾਗਪੁਰ ਦੇ ਵਿੱਚ ਇੱਕ ਕਨਵੈਨਸ਼ਨ ਕੀਤੀ ਜਾਵੇ, ਜੋ ਆਲ ਇੰਡੀਆ ਸ਼ਡਿਊਲਡ ਕਾਸਟ ਫੈਡਰੇਸ਼ਨ ਵੱਲੋਂ ਕੀਤੀ ਜਾਏ। ਜੀ ਜੀ। ਤਾਂ ਉਹ ਇੱਕ ਇਤਿਹਾਸਕ ਜਿਹੜੀ 3 ਦਿਨਾਂ ਕਨਵੈਨਸ਼ਨ ਹੋਈ, ਔਰ ਉਸ ਕਨਵੈਨਸ਼ਨ ਦੇ ਵਿੱਚ 75,000 ਆਦਮੀ ਤੇ ਔਰਤਾਂ ਇਕੱਠੇ ਹੋਏ, ਜਿਹਦੇ ਵਿੱਚ ਅੰਕੜਾ ਦੱਸਿਆ ਜਾਂਦਾ ਕਿ 50,000 ਦੇ ਕਰੀਬ ਮਰਦ ਔਰ 25,000 ਦੇ ਕਰੀਬ ਔਰਤਾਂ ਸ਼ਾਮਲ ਹੋਈਆਂ। ਔਰ ਦੇਸ਼ ਭਰ ਦੇ ਜਿਹੜੇ ਸਾਡੇ ਬਹੁਜਨ ਜੋ ਸਾਡੇ ਨੇਤਾ ਸੀ ਉਹ ਇਕੱਠੇ ਹੋਏ। ਜੀ। ਤਾਂ ਉਸ ਕਾਨਫਰੰਸ ਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਗਏ ਉਹ ਅੱਛਾ ਜੀ। ਬਹੁਤ ਧਿਆਨ ਮੰਗਦੇ ਆ। ਕਿ ਬਾਬਾ ਸਾਹਿਬ ਨੇ ਸਭ ਤੋਂ ਪਹਿਲਾ ਮਤਾ ਇਹ ਪਾਇਆ ਕਿ ਉਹਦੇ ਵਿੱਚ ਅਸੀਂ ਕ੍ਰਿਪਸ ਜਿਹੜੀ ਮਿਸ਼ਨ ਹੈ ਜਾਂ ਕ੍ਰਿਪਸ ਦੀ ਯੋਜਨਾ ਹੈਗੀ ਆ, ਜਿਹਦੇ ਚ ਸਾਨੂੰ ਨੁਮਾਇੰਦਗੀ ਨਹੀਂ ਦਿੱਤੀ ਗਈ, ਸਾਡੀ ਹਿੱਸੇਦਾਰੀ ਨਿਸ਼ਚਿਤ ਨਹੀਂ ਕੀਤੀ ਗਈ, ਉਸ ਨੂੰ ਅਸੀਂ ਰੱਦ ਕਰ। ਜੀ ਉਸ ਤੋਂ ਬਾਅਦ ਬਾਬਾ ਸਾਹਿਬ ਨੇ ਕਿਹਾ ਕਿ ਸਾਨੂੰ ਸਰਕਾਰੀ ਸੇਵਾਵਾਂ ਦੇ ਵਿੱਚ ਨੁਮਾਇੰਦਗੀ ਮਿਲਣੀ ਚਾਹੀਦੀ ਹੈ, ਸਾਨੂੰ ਰਾਜਨੀਤਿਕ ਨੁਮਾਇੰਦਗੀ ਮਿਲਣੀ ਚਾਹੀਦੀ ਹੈ, ਔਰ ਸਾਡਾ ਸੈਪਰੇਟ ਸੈਟਲਮੈਂਟ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ, ਤੇ ਸੈਪਰੇਟ ਸੈਟਲਮੈਂਟ ਵਾਸਤੇ ਕਮਿਸ਼ਨ ਬੈਠਣਾ ਚਾਹੀਦਾ। ਜਾਣੀ ਜਿਹੜੀ ਸਰਕਾਰੀ ਜ਼ਮੀਨ ਹੈ, ਉਸ ਜ਼ਮੀਨ ਤੇ ਸਾਡੇ ਲੋਕਾਂ ਨੂੰ ਵਸਾਉਣ ਵਾਸਤੇ ਇੱਕ ਕਮਿਸ਼ਨ ਬਿਠਾਇਆ ਜਾਵੇ, ਤੇ ਸਾਡੀ ਜਿਹੜੀ ਹੈਗੀ ਆ ਇਸ ਦੇਸ਼ ਦੇ ਵਿੱਚੋਂ ਜ਼ਮੀਨ ਦੇ ਵਿੱਚੋਂ ਹਿੱਸੇਦਾਰੀ ਜਿਹੜੀ ਹੈ ਉਹ ਤੈਅ ਕੀਤੀ ਜਾਵੇ। ਤਾਂ ਬਾਬਾ ਸਾਹਿਬ ਨੇ ਇਹ ਮਤੇ ਜਿਹੜੇ ਹੈਗੇ ਆ ਉਸ ਸਮੇਂ ਉਸ ਕਾਨਫਰੰਸ ਦੇ ਵਿੱਚ ਮਤੇ ਪਾਏ। ਤਾਂ ਬਾਬਾ ਸਾਹਿਬ ਨੇ ਫਿਰ ਉਸ ਟਾਈਮ ਤੇ ਜਿਹੜੀ ਰਣਨੀਤੀ ਇਹ ਤੈਅ ਕੀਤੀ ਕਿ ਅਸੀਂ ਜਦੋਂ ਵੀ ਇਸ ਭਾਰਤ ਦੀ ਸੰਵਿਧਾਨ ਬਣਨ ਦੀ ਪ੍ਰਕਿਰਿਆ ਸ਼ੁਰੂ ਹੋਏਗੀ, ਉਸ ਹਾਂਜੀ। ਭਾਰਤੀ ਸੰਵਿਧਾਨ ਬਣਨ ਦੀ ਪ੍ਰਕਿਰਿਆ ਦੇ ਵਿੱਚ ਸਾਨੂੰ ਆਪਣੀ ਸਰਗਰਮੀ ਨਾਲ, ਆਪਣੀ ਰਣਨੀਤੀ ਨਾਲ ਉਸ ਦੇ ਵਿੱਚ ਭੂਮਿਕਾ ਸਾਡੀ ਨਿਭਾਉਣੀ ਚਾਹੀਦੀ ਆ। ਅਗਰ ਅਸੀਂ ਇਹ ਮੌਕਾ ਗਵਾ ਲਿਆ ਤਾਂ ਅਸੀਂ ਕਿਤੋਂ ਦੇ ਨਹੀਂ ਰਹੋ। ਤਾਂ ਬਾਬਾ ਸਾਹਿਬ ਨੇ ਇਹ ਤਿਆਰੀ ਕੀਤੀ। ਉਹ ਭਾਰਤੀ ਸੰਵਿਧਾਨ ਦੇ ਬਣਨ ਤੋਂ ਪਹਿਲਾਂ ਦੇ ਇਹ ਜਿਹੜੇ ਹਾਲਾਤ ਹੈ, ਬਾਬਾ ਸਾਹਿਬ ਨੂੰ ਜਿਹੜੇ ਅਹਿਸਾਸ ਹੋਏ, ਇਹ ਆਜ਼ਾਦੀ ਤੋਂ 5 ਸਾਲ ਪਹਿਲਾਂ ਦੇ ਇਹ ਜਿਹੜੀ ਹੈਗੀ ਆ ਪਰਿਸਥਿਤੀਆਂ ਸੀਗੀਆਂ। ਤਾਂ ਬਾਬਾ ਸਾਹਿਬ ਜੀ ਨੇ ਜੀ। ਉਹਨਾਂ ਪਰਿਸਥਿਤੀਆਂ ਨੂੰ ਆਪਣੇ ਤੌਰ ਤੇ ਇੱਕ ਰਣਨੀਤੀ ਬਣਾਈ ਔਰ ਪੂਰੇ ਦੇਸ਼ ਦੇ ਲੋਕਾਂ ਨੂੰ ਇਕੱਠੇ ਕੀਤਾ। ਔਰ ਉਹਨੂੰ ਬਾਬਾ ਸਾਹਿਬ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਸਾਨੂੰ ਅਲੱਗ-ਅਲੱਗ ਹੋ ਕੇ ਨਹੀਂ, ਸਾਨੂੰ ਪੂਰੇ ਦੇਸ਼ ਦੇ ਲੋਕਾਂ ਨੂੰ ਜਿਹੜੀ ਹੈ ਇਕੱਠੇ ਹੋ ਕੇ ਔਰ ਲੜਾਈ ਲੜਨੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ ਜੀ। ਸਤਿਕਾਰਯੋਗ ਸਾਥੀਓ, ਇੱਕ ਚੀਜ਼ ਹੋਰ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਬਾਬਾ ਸਾਹਿਬ ਨੇ ਕਿਉਂ ਇਹ ਪੂਰੇ ਦੇਸ਼ ਭਰ ਵਿੱਚ ਇਕੱਠ ਕੀਤਾ। ਕਿਉਂਕਿ 1932 ਦਾ ਜਿਹੜਾ ਪੂਨਾ ਪੈਟ ਸੀਗਾ, ਬਾਬਾ ਸਾਹਿਬ ਨੂੰ ਭਾਂਵ ਗਿਆ ਸੀਗਾ, ਉਹਨਾਂ ਨੂੰ ਮਜਬੂਰੀ ਵਸੋਂ ਜਿਹੜਾ ਸਮਝੌਤਾ ਕਰਨਾ ਪਿਆ ਸੀਗਾ। ਇੱਕ ਬਿਲਕੁਲ। ਜਿਹੜੀ ਆਪਣੀ ਵੱਖਰੀ ਮਤਲਬ ਕਿ ਨੁਮਾਇੰਦਗੀ ਉਹ ਸਾਡੇ ਕੋਲ ਖੋਹ ਲਈ ਗਈ ਸੀ, ਉਹਦਾ ਬਾਬਾ ਸਾਹਿਬ 1942 ਵਿੱਚ ਇਸੇ ਕਰਕੇ ਵਿਰੋਧ ਕਰ ਰਹੇ ਸੀ। ਹਾਂਜੀ ਸਰ ਜੀ, ਤੁਸੀਂ ਆਪਣੀ ਗੱਲ ਅੱਗੇ ਜਾਰੀ ਰੱਖੋ। ਹਾਂ। ਤੇ ਹੁਣ ਤਾਂ ਮੈਂ ਇਹ ਜਾਣਨਾ ਚਾਹੁੰਦਾ ਸਰ ਜੀ ਕਿ ਸੰਵਿਧਾਨ ਲਿਖਣ ਵਿੱਚ ਕਿੱਦਾਂ ਦੀਆਂ ਪਰਿਸਥਿਤੀਆਂ ਸੀ ਉਸ ਸਮੇਂ, ਤੇ ਬਾਬਾ ਸਾਹਿਬ ਨੂੰ ਕਿਹੜੀਆਂ ਔਕੜਾਂ ਆਈਆਂ? ਹਾਂਜੀ ਹਾਂਜੀ। ਹਾਂਜੀ ਤਾਂ ਹਾਂਜੀ। ਅੱਗੇ ਜਦੋਂ ਇਸ ਗੱਲ ਦੀ ਹੁਣ ਹੈਗੀ ਹੈ ਕਿ ਭਾਰਤੀ ਸੰਵਿਧਾਨ ਬਣਨ ਦੀ ਜੋ ਪ੍ਰਕਿਰਿਆ ਸ਼ੁਰੂ ਹੋਈ, ਜੀ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਅੜਿੱਕੇ ਜਿਹੜੇ ਹੈਗੇ ਆ ਉਹ ਖੜੇ ਕੀਤੇ ਗਏ, ਉਸ ਗੱਲ ਦਾ ਆਪਾਂ ਇੱਕ ਜ਼ਿਕਰ ਕਰਾਂਗੇ। ਜ਼ਰੂਰ ਜੀ। ਕਿਉਂਕਿ ਬਾਬਾ ਸਾਹਿਬ ਸੰਵਿਧਾਨ ਸਭਾ ਦੇ ਵਿੱਚ ਜਾਣਾ ਚਾਹੁੰਦੇ ਸੀ, ਔਰ ਉਹ ਜਿਹੜੇ ਇਸ ਦੇਸ਼ ਦੇ ਉਸ ਸਮੇਂ ਨਹਿਰੂ, ਗਾਂਧੀ, ਪਟੇਲ, ਇਹ ਤੇ ਉਹ ਇਹ ਕਿਸੇ ਹਾਲਤ 'ਚ ਨਹੀਂ ਚਾਹੁੰਦੇ ਸੀ ਕਿ ਬਾਬਾ ਸਾਹਿਬ ਸੰਵਿਧਾਨ ਸਭਾ ਦੇ ਵਿੱਚ ਪਹੁੰਚਣ,
ਜੀ ਤੇ ਉਹ ਇਸ ਦੇਸ਼ ਦੇ ਅਛੂਤਾਂ ਵਾਸਤੇ, ਇਸ ਦੇਸ਼ ਦੇ ਜਿਹੜੇ ਬਹੁਜਨ ਜਾਂ ਸ਼ੂਦਰ ਲੋਕਾਂ ਵਾਸਤੇ ਆਪਣੀ ਗੱਲ ਰੱਖ ਸਕਣ। ਜੀ ਜੀ ਤਾਂ ਸੰਵਿਧਾਨ ਬਣਨ ਦੀ ਪ੍ਰਕਿਰਿਆ ਜਦੋਂ ਸ਼ੁਰੂ ਹੁੰਦੀ ਹੈ ਤਾਂ ਉਹ ਲਾਰਡ ਵੇਵਲ ਨੇ ਇਹ ਯੋਜਨਾ ਤੈਅ ਕੀਤੀ ਕਿ ਪੂਰੇ ਦੇਸ਼ ਦੇ ਵਿੱਚ ਸੰਵਿਧਾਨ ਸਭਾ ਦੇ ਮੈਂਬਰ ਚੁਣੇ ਜਾਣ। ਤਾਂ 292 ਮੈਂਬਰ ਇਹ ਪੂਰੇ ਦੇਸ਼ ਦੇ ਵਿੱਚੋਂ ਇੱਕ ਵਿਧਾਨ ਮੰਡਲ ਕਹਿ ਸਕਦੇ ਹਾਂ, ਜਿਵੇਂ ਸਾਡੇ ਵਿਧਾਨ ਸਭਾ ਹਲਕੇ ਹੈ, ਜੀ ਜੀ ਉਸੇ ਤਰ੍ਹਾਂ ਇੱਕ ਵਿਧਾਨ ਮੰਡਲ ਤੈਅ ਕੀਤੇ ਗਏ ਕਿ 292 ਜਿਹੜੇ ਸੰਵਿਧਾਨ ਸਭਾ ਦੇ ਮੈਂਬਰ ਹੋਣਗੇ। ਜੀ ਉਹਦੇ ਚ ਰਿਆਸਤਾਂ ਦੇ ਵੀ ਸੀ, ਉਹਦੇ ਵਿੱਚ ਜਿਹੜੇ ਦੂਸਰੇ ਸਿੱਖਾਂ ਵਾਸਤੇ ਵੀ ਨੁਮਾਇੰਦਗੀ ਸੀ, ਮੁਸਲਮਾਨਾਂ ਵਾਸਤੇ ਵੀ ਨੁਮਾਇੰਦਗੀ ਸੀ। ਪਰ ਇਸ ਗੱਲ ਦੀ ਹੈਰਾਨੀ ਸੀ ਕਿ ਕਿਸੇ ਵੀ ਤਰ੍ਹਾਂ ਜਿਹੜੀ ਸਾਨੂੰ ਕੋਈ ਨੁਮਾਇੰਦਗੀ ਨਹੀਂ ਸੀ। ਜੀ ਜੀ ਤਾਂ ਜੀ ਬਾਬਾ ਸਾਹਿਬ ਸਾਹਮਣੇ ਇੱਕ ਸੰਕਟ ਖੜਾ ਹੋ ਗਿਆ ਕਿ ਬਿਲਕੁਲ ਸੰਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਜਾਇਆ ਜਾਵੇ। ਜੀ ਜੀ ਤਾਂ ਉਹਨਾਂ ਨੇ ਬੰਬੇ ਤੋਂ ਕੋਸ਼ਿਸ਼ ਕੀਤੀ, ਉੱਥੋਂ ਉਹਨਾਂ ਨੂੰ ਹਰਾਇਆ ਗਿਆ। ਬਿਲਕੁਲ ਤਾਂ ਫਿਰ ਉਹਨਾਂ ਨੇ ਇਹ ਤੈਅ ਕੀਤਾ ਕਿ ਪੱਛਮੀ ਬੰਗਾਲ ਦੇ ਵਿੱਚ ਜੋਗਿੰਦਰ ਮੰਡਲ, ਜਿੱਥੋਂ ਉਸ ਮੁਸਲਿਮ ਲੀਗ ਸਰਕਾਰ ਦੇ ਵਿੱਚ ਲੋਕ ਨਿਰਮਾਣ ਮੰਤਰੀ ਸੀ ਉਸ ਟਾਈਮ ਤੇ, ਜੀ ਜੀ ਜੋਗਿੰਦਰ ਮੰਡਲ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਜਿਹੜੀ ਇੱਕ ਪੱਛਮੀ ਬੰਗਾਲ ਦਾ ਇੱਕ ਨਮੋਸ਼ੂਦਰਾ ਦਾ ਇੱਕ ਇਲਾਕਾ ਹੈ, ਜੀ ਜਿੱਥੋਂ ਜੋਗਿੰਦਰ ਮੰਡਲ ਖੁਦ ਉਸ ਟਾਈਮ ਤੇ MLA ਸੀ। ਤਾਂ ਜੀ ਉਹਨਾਂ ਨੇ ਕਿਹਾ ਕਿ ਇਸ ਇਲਾਕੇ ਤੋਂ ਤੁਸੀਂ ਆ ਕੇ ਚੁਣੋ। ਹੁਣ ਉੱਥੇ ਵੀ ਇੱਕ ਮੁਸ਼ਕਲ ਆ ਗਈ ਕਿ ਜੋਗਿੰਦਰ ਮੰਡਲ ਇਕੱਲੇ ਉਹਨਾਂ ਨੂੰ ਨਹੀਂ ਜਿਤਾ ਸਕੇ, ਜੀ ਕਿਉਂਕਿ ਜੀ ਜਿਹੜੀ ਉਸ ਵਿਧਾਨ ਸਭਾ ਦਾ ਜਿਹੜਾ ਹਲਕਾ ਤੈਅ ਕੀਤਾ ਗਿਆ, ਉਹਦੇ ਵਿੱਚ ਮੇਰਾ ਖਿਆਲ 6 ਜਾਂ 7 ਜਿਹੜੇ ਹੈਗੇ ਆ MLA ਜਾਂ ਉਸ ਤਰ੍ਹਾਂ ਦੀ VOTING ਕਰਨੀ ਸੀ। ਜੀ ਜੀ ਤਾਂ ਬਾਬਾ ਸਾਹਿਬ ਸਾਹਮਣੇ ਉੱਥੇ ਵੀ ਸੰਕਟ ਖੜਾ ਹੋ ਗਿਆ ਕਿ ਉਹਨਾਂ ਦੀ ਜੋਗਿੰਦਰ ਮੰਡਲ ਤੋਂ ਬਿਨਾਂ ਕੋਈ ਵੀ ਆਦਮੀ ਉਹਨਾਂ ਦੀ ਹਮਾਇਤ ਨਹੀਂ ਸੀ ਕਰਦਾ। ਜੀ ਜੀ ਤਾਂ ਫਿਰ ਜੋਗਿੰਦਰ ਮੰਡਲ ਨੇ ਇੱਕ ਕੰਪੇਨ ਸ਼ੁਰੂ ਕੀਤੀ ਉੱਥੇ, ਕਿਉਂਕਿ ਨਮੋਸ਼ੂਦਰਾ ਦਾ ਸੰਘਰਸ਼ ਬਹੁਤ ਸ਼ਾਨਦਾਰ ਰਿਹਾ ਸੀ। ਤਾਂ ਬਿਲਕੁਲ ਨਮੋਸ਼ੂਦਰਾ ਨੌਜਵਾਨ ਸੰਮਤੀ ਇੱਕ ਬਣੀ ਹੋਈ ਸੀ। ਉਹਨਾਂ ਨੇ ਉੱਥੋਂ ਦੇ ਜਿਹੜੇ ਵੀ ਉਸ ਸਮੇਂ ਦੇ ਪ੍ਰਤੀਨਿਧ ਸੀਗੇ, ਵਿਧਾਨ ਹਾਂਜੀ ਸਭਾ ਦੇ ਮੈਂਬਰ ਸੀਗੇ, ਉਹਨਾਂ ਤੱਕ ਅਪਰੋਚ ਕੀਤੀ। ਇੱਕ ਮੰਡਲ ਕਰਕੇ, ਮੰਡਲ ਨਹੀਂ ਸੀ ਨਾ, ਨਗਿੰਦਰਨਾਥ ਕਰਕੇ ਆ ਜਿਹੜੇ ਆਜ਼ਾਦ ਉਮੀਦਵਾਰ ਸੀਗੇ, ਆਜ਼ਾਦ ਵਿਧਾਨ ਸਭਾ ਦੇ ਮੈਂਬਰ ਸੀਗੇ, ਉਹਨਾਂ ਹਾਂਜੀ ਨੇ ਮੰਡਲ ਨੇ, ਦੋਨਾਂ ਨੇ ਰਲ ਕੇ ਬਾਬਾ ਸਾਹਿਬ ਨੂੰ ਜਿਤਾਉਣ ਦੇ ਯਤਨ ਸ਼ੁਰੂ ਕਰਤੇ। ਔਰ ਦੂਸਰੇ ਪਾਸੇ ਜਿਹੜਾ ਹੈਗਾ, ਉਹ ਕਾਂਗਰਸ ਨੇ ਵੀ ਇਸ ਗੱਲ ਨੂੰ ਆਪਣੇ ਏਜੰਡਾ ਬਣਾ ਲਿਆ ਕਿ ਬਾਬਾ ਸਾਹਿਬ ਨੂੰ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਸੰਵਿਧਾਨ ਸਭਾ ਦੇ ਵਿੱਚ ਨਹੀਂ ਜਾਣ ਦੇਣਾ। ਬਿਲਕੁਲ ਦੀ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਸੀ, ਉਹਨਾਂ ਦੀ ਬਕਾਇਦਾ ਤੌਰ ਤੇ ਜ਼ਿੰਮੇਵਾਰੀ ਲਗਾਈ ਕਿ ਬਾਬਾ ਸਾਹਿਬ ਨੂੰ ਨਾਮਜ਼ਦਗੀ ਪੱਤਰ ਜਿਹੜੇ ਹੈਗੇ ਆ ਉਹ ਦਾਖਲ ਕਰਨ ਵੀ ਨਾ ਦਿੱਤੇ ਜਾਣ। ਜੀ ਜੀ ਉਹਦੇ ਚ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਨਗਿੰਦਰਨਾਥ ਉਸ ਸਮੇਂ ਬਿਮਾਰ ਹੋ ਗਏ, ਤਾਂ ਡਾਕਟਰਾਂ ਨੇ ਉਹਨਾਂ ਨੂੰ ਮਨਾ ਕੀਤਾ ਕਿ ਤੁਸੀਂ ਚੱਲਣਾ ਫਿਰਨਾ ਨਹੀਂ ਹੈ। ਜੀ ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਸਾਡੇ ਆਦਮੀਆਂ ਨੇ ਚਾਰ ਪਾਈ ਤੇ ਕੋਈ 50 ਕਿਲੋਮੀਟਰ ਦੇ ਕਰੀਬ ਉਹਨਾਂ ਨੂੰ ਲੈ ਕੇ ਆ ਕੇ ਫਿਰ ਉਹਨਾਂ ਦੇ ਬਾਬਾ ਸਾਹਿਬ ਦੀ ਜੋ ਨਾਮਜ਼ਦਗੀ ਸੀ ਉਸ ਨੂੰ ਉਹਨਾਂ ਨੂੰ ਤਾਕੀਦ ਕਰਵਾਇਆ ਉਸ ਨਾਲ। ਜੀ ਜੀ ਔਰ ਪੂਰੇ ਭਾਰਤ ਦੇ ਜਿਹੜੇ ਸਾਡੇ ਮਿਸ਼ਨਰੀ ਲੋਕ ਸੀ, ਉਹਨਾਂ ਨੇ ਇਸ ਗੱਲ ਦੇ ਤੇ ਚਿੰਤਤ ਸੀ ਕਿ ਬਾਬਾ ਸਾਹਿਬ ਨੂੰ ਕਿਸੇ ਵੀ ਹਾਲਤ ਦੇ ਵਿੱਚ ਸੰਵਿਧਾਨ ਸਭਾ ਦੇ ਵਿੱਚ ਜਾਣਾ ਬਿਲਕੁਲ ਬਿਲਕੁਲ ਜੀ ਪਹੁੰਚਾਇਆ ਜਾਣਾ ਚਾਹੀਦਾ। ਤਾਂ ਉੱਥੋਂ ਦੇ ਜਿਹੜੇ ਸਾਡੇ ਅਛੂਤ ਲੋਕ ਜਿਹੜੇ ਵਿਧਾਨਕਾਰ ਸੀਗੇ, ਉਹਨਾਂ ਨੂੰ ਬਕਾਇਦਾ ਤੌਰ ਤੇ ਸਹਿਮਤ ਕੀਤਾ ਗਿਆ। ਔਰ ਜੋਗਿੰਦਰ ਮੰਡਲ ਨੇ ਇੱਥੋਂ ਤੱਕ ਕਿਹਾ ਕਿ ਅਗਰ ਤੁਸੀਂ ਇਸ ਸਭਾ ਦੇ MLA ਬਣੇ ਹੋ ਤਾਂ ਬਾਬਾ ਸਾਹਿਬ ਦੇ ਕਰਕੇ ਬਣੇ, ਬਿਲਕੁਲ ਕਿਉਂਕਿ
1937 ਦਾ ਜਿਹੜੀਆਂ ਇਲੈਕਸ਼ਨ ਹੋਈਆਂ ਤਾਂ ਉਹਦੇ 'ਚ ਜਿਹੜੀ ਸ਼ਡਿਊਲਡ ਕਾਸਟਾਂ ਨੂੰ ਜਿਹੜੀ ਸਾਂਝੀ ਚੋਣ ਪ੍ਰਣਾਲੀ ਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਹੈਗਾ ਉਹ ਰਿਜ਼ਰਵੇਸ਼ਨ ਦਿੱਤੀ ਗਈ। ਤਾਂ ਉਸ ਸਦਕਾ ਤੁਸੀਂ ਬਣੇ ਹੋ, ਇਸ ਕਰਕੇ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਬਾਬਾ ਸਾਹਿਬ ਨੂੰ ਜਿਤਾਉਣਾ ਸੀ। ਔਰ ਜਿਸ ਦਿਨ ਉਸ ਉੱਥੋਂ ਦੀ VOTING ਹੋ ਰਹੀ ਸੀ, ਔਰ ਉਹਦੇ 'ਚ ਵਰਣਨਯੋਗ ਗੱਲ ਕੀ ਹੈ ਕਿ ਬਾਬਾ ਸਾਹਿਬ ਦੇ ਖਿਲਾਫ ਜਿਹੜਾ ਕੈਂਡੀਡੇਟ ਹੈ ਉਹ ਸੁਭਾਸ਼ ਚੰਦਰ ਬੋਸ ਦਾ ਵੱਡਾ ਭਰਾ ਹੈ। ਹਾਂਜੀ ਸ਼ਰਤ ਚੰਦਰ ਬੋਸ ਹੈ ਜਿਹੜਾ ਉਹ ਬਾਬਾ ਸਾਹਿਬ ਦੇ ਮੁਕਾਬਲੇ ਤੇ ਖੜਾ। ਜੀ ਜੀ ਔਰ ਜਦੋਂ ਜਿਸ ਦਿਨ VOTING ਹੋ ਰਹੀ ਸੀ ਉਸ ਦਿਨ, ਤਾਂ ਉਸ ਦਿਨ ਸਾਡੇ ਬਹੁਤ ਸਾਰੇ ਜਿਹੜੇ ਉੱਥੇ ਬਾਬਾ ਸਾਹਿਬ ਨੂੰ ਬਜ਼ੁਰਗ ਮੰਨਣ ਵਾਲੇ ਲੋਕ, ਸਹਿਯੋਗੀ ਲੋਕ ਉੱਥੇ ਪਹੁੰਚ ਗਏ। ਔਰ ਇੱਕ ਵਾਕਿਆ ਇਹ ਹੈ ਕਿ ਤਲਵਣ ਪਿੰਡ ਤੋਂ ਬੁੱਧ ਹਾਂਜੀ ਸਿੰਘ ਨਾਂ ਦਾ ਇੱਕ ਆਦਮੀ, ਬਿਲਕੁਲ ਉਹ ਜਿਹੜੀ ਵਿਧਾਨ ਸਭਾ ਦਾ ਜਿਹੜਾ ਕੈਂਪਸ ਸੀ ਉਹਦੇ ਵਿੱਚ ਦਾਖਲ ਹੋਇਆ। ਔਰ ਦਾਖਲ ਹੋਣ ਤੋਂ ਬਾਅਦ ਉਹਨੇ ਤਲਵਾਰ ਦੇ ਵਿੱਚ ਲਹਿਰਾ ਕੇ ਕਿਹਾ ਕਿ ਅਗਰ ਜੀ ਬਾਬਾ ਸਾਹਿਬ ਨੂੰ ਹਰਾ ਕੇ ਦਿੱਤਾ ਤਾਂ ਜਿਹੜੇ ਗਦਾਰ ਲੋਕ ਹੈ ਉਹਨਾਂ ਨੂੰ ਮੈਂ ਇੱਥੋਂ ਛੱਡਾਂਗਾ ਨਹੀਂ, ਤੇ ਮੈਂ ਬਹੁਤ ਜੋਰ ਇਹ ਸੀਗਾ ਜੀ। ਤਲਵਾਰ ਹੈ ਜਿਹੜੀ ਉਹ ਖੂਨ ਨਾਲ ਕਰ ਦਿਆਂਗਾ, ਲੱਥਪੱਥ ਕਰ ਜੀ ਦਿਆਂਗਾ। ਜਾਣੀ ਉਸ ਆਦਮੀ ਨੇ ਇਹ ਇੰਨਾ ਉਹਦੇ ਚ ਸੀਗਾ ਕਿ ਜਿਹੜੇ ਗਦਾਰ ਹੈ ਜਿਨ੍ਹਾਂ ਨੇ ਹਰਾਇਆ ਅਗਰ ਬਾਬਾ ਸਾਹਿਬ ਨੂੰ, ਤਾਂ ਉਹਨਾਂ ਨੂੰ ਮੈਂ ਇਸ ਜਿਹੜੀ ਕੈਂਪਸ ਦੇ ਵਿੱਚੋਂ ਮੈਂ ਬਾਹਰ ਨਹੀਂ ਜਾਣਾ। ਤਾਂ ਇੱਕ ਬਾਬਾ ਮਿੰਟ ਸਾਹਿਬ, ਸਹੀ, ਹਾਂਜੀ ਕਾਰਜੋ ਸਾਥੀਓ, ਇੱਕ ਗੱਲ ਸਾਹਮਣੇ ਨਿਕਲ ਕੇ ਆਈ ਆ ਕਿ ਜਿਸ ਤਰ੍ਹਾਂ ਸਾਡੇ ਮੀਡੀਆ ਰਾਹੀਂ ਜਾਂ ਸਾਡੇ ਲੋਕਾਂ ਰਾਹੀਂ ਜਿਹੜੇ ਕਾਂਗਰਸ ਦੇ ਜਾਣੀ ਕਿ ਸਮਰਥਕ ਹੈਗੇ ਆ, ਉਹਨਾਂ ਵੱਲੋਂ ਇੱਕ ਗੱਲ ਜਿਹੜੀ ਆ ਉਹ ਪ੍ਰਚਾਰੀ ਜਾਂਦੀ ਕਿ ਬਾਬਾ ਸਾਹਿਬ ਨੂੰ ਸੰਵਿਧਾਨ ਸਭਾ ਦੇ ਵਿੱਚ ਲਿਆਉਣ ਵਾਲੇ, ਅਸੈਂਬਲੀ ਵਿੱਚ ਲਿਆਉਣ ਵਾਲੇ ਉਹ ਹੈਗੀ ਕਾਂਗਰਸ ਪਾਰਟੀ ਜਿਤਾ ਕੇ। ਇਹ ਗੱਲ ਸਰਦਾਰ ਜੋਗਿੰਦਰ ਸਿੰਘ ਬਾਲਮਗੜ੍ਹ ਜੀ ਨੇ ਇਹ ਸਾਬਤ ਕਰ ਦਿੱਤੀ, ਇਹ ਗੱਲ ਝੂਠੀ ਆ। ਤੇ ਉਸ ਵੇਲੇ ਦਾ ਜਿਹੜਾ ਜੋਸ਼ ਸੀਗਾ ਸਾਡੇ ਬਜ਼ੁਰਗਾਂ ਦੇ ਵਿੱਚ ਵੀ ਸਾਡੇ ਨੇਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਹਨ, ਇਹਨਾਂ ਤੋਂ ਇਲਾਵਾ ਸਾਡਾ ਕੋਈ ਮਸੀਹਾ ਨਹੀਂ ਹੈ। ਕਿਉਂਕਿ ਕਿੰਨੇ ਸਿਆਣੇ ਲੋਕ ਸੀ ਸਾਡੇ, ਇਹ ਕਰਤੂਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਸੀ। ਜਿਸ ਤਰ੍ਹਾਂ ਉਹਨਾਂ ਨੇ ਪੇਟ ਕਰਵਾਇਆ ਸੀਗਾ RSS ਨੇ, ਹਿੰਦੂਆਂ ਨੇ। ਤੁਸੀਂ ਇੱਕ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਪੰਜਾਬ ਦਾ ਆਦਮੀ, ਅਨਪੜ੍ਹ ਆਦਮੀ ਜੀ ਜੀ ਜਿਹੜਾ ਕੁਝ ਨਹੀਂ ਜਾਣਦਾ, ਤੇ ਪੱਛਮੀ ਬੰਗਾਲ ਦੇ ਵਿੱਚ ਬਾਬਾ ਸਾਹਿਬ ਦੀ ਹਮਾਇਤ ਦੇ ਵਿੱਚ ਪਹੁੰਚਿਆ ਹੋਇਆ। ਜੀ 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 ਉਹਦੀ ਵੋਟ ਵੀ ਉੱਥੇ ਨਹੀਂ ਹੈ, ਬਿਲਕੁਲ। ਸਿਰਫ ਇਸ ਕਰਕੇ ਕਿ ਬਾਬਾ ਸਾਹਿਬ ਨੂੰ ਅਗਰ ਕਿਸੇ ਨੇ ਹਰਾਤਾ ਤਾਂ ਮੈਂ ਉਹਨੂੰ, ਜਿਹੜੇ ਹਰਾਉਣਗੇ ਉਹਨਾਂ ਨੂੰ ਮੈਂ ਬਾਹਰ ਨਹੀਂ ਨਿਕਲਦਾ। ਹਾਂਜੀ ਹਾਂਜੀ, ਸਾਡੇ ਬਜ਼ੁਰਗਾਂ ਦੀ ਇੱਕ ਸੰਘਰਸ਼ ਦਾ ਇੱਕ ਉੱਚਤਮ ਅਸੀਂ ਤੈਅ ਕਹਿ ਸਕਦੇ ਹਾਂ ਕਿ ਇਸ ਤੋਂ ਉੱਤੇ ਦੀ ਕੁਰਬਾਨੀ, ਸੈਕਰੀਫਾਈਸ ਹੈ ਜਿਹੜੀ, ਜਾਂ ਬਾਬਾ ਸਾਹਿਬ ਪ੍ਰਤੀ ਸ਼ਰਧਾ ਜਿਹੜੀ ਹੈ ਉਹ ਉਜਾਗਰ ਹੁੰਦੀ ਹੈ ਉਸ ਘਟਨਾ ਤੋਂ। ਔਰ ਬਾਬਾ ਸਾਹਿਬ ਮੇਰਾ ਖਿਆਲ ਹੈ ਕਿ ਇਸੇ ਕਰਕੇ ਜਿੱਤ ਸਕੇ। ਔਰ ਨਮੋ ਸ਼ੂਦਰਾ ਜਿਹੜੀ ਨੌਜਵਾਨ ਸਮਿਤੀ ਸੀ, ਉਸਨੇ ਵੀ ਜਿਹੜੇ ਆਪਣੇ ਜਿਹੜੇ ਉੱਥੋਂ ਦੇ MLA ਸੀਗੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਪ੍ਰਦਰਸ਼ਨ ਕੀਤਾ, ਉਹਨਾਂ ਨੂੰ ਜਾ ਕੇ ਸਹਿਮਤ ਕਰਾਇਆ, ਔਰ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਕਿ ਅਗਰ ਤੁਸੀਂ ਬਾਬਾ ਸਾਹਿਬ ਨੂੰ ਇੱਥੋਂ ਨਹੀਂ ਜਿਤਾਇਆ ਤਾਂ ਫਿਰ ਅਸੀਂ ਤੁਹਾਨੂੰ ਜਿਹੜਾ ਹੈਗਾ ਜਿਉਣਾ ਤੁਹਾਡਾ ਹਰਾਮ ਕਰ ਦਿਆਂਗੇ। ਇਸ ਤਰ੍ਹਾਂ ਦੇ ਹਾਲਾਤ ਬਣੇ, ਤਦ ਹੀ ਬਾਬਾ ਸਾਹਿਬ ਉੱਥੋਂ ਜਿੱਤ ਕੇ ਸੰਵਿਧਾਨ ਸਭਾ ਦੇ ਵਿੱਚ ਆਏ। ਔਰ ਸਰ ਜੀ ਇੱਕ ਮਿੰਟ, ਹਾਂਜੀ, ਕਿਉਂਕਿ ਤੁਸੀਂ ਨਿਰੰਤਰ ਬੋਲੀ ਜਾਂਦੇ ਆ, ਕਿਉਂਕਿ ਮੈਨੂੰ ਪਹਿਲੇ ਜਿਹੜੀ ਤੁਸੀਂ ਗੱਲ ਕਰਨੀ ਥੋੜੀ ਜਿਹੀ ਵਿੱਚ ਮੈਂ ਕਰਦਾ, ਤੁਸੀਂ ਥੋੜਾ ਦਮ ਲੈ ਲਓ। ਤੇ ਕਿਉਂਕਿ ਮੈਂ ਦੇਖ ਰਿਹਾ ਹੈਗਾ ਨਿਰੰਤਰ ਜਿੱਦਾਂ ਬੋਲਣਾ ਬੜਾ ਮੁਸ਼ਕਲ ਹੋ ਜਾਂਦਾ। ਸੋ ਸਤਿਕਾਰਯੋਗ ਸਾਥੀਓ, ਜਿਹੜੇ ਅਸਾਮ ਦੇ, ਬੰਗਾਲ ਦੇ ਜਿਹੜੇ ਝੰਡਾ ਸੀਗੇ ਜਿਨ੍ਹਾਂ ਨੂੰ ਨੀਚ ਕਿਹਾ ਜਾਂਦਾ ਸੀਗਾ, ਔਰ ਮੁਸਲਮਾਨਾਂ ਨੇ ਰਲ ਕੇ, ਔਰ ਜੋਗਿੰਦਰ ਨਾਥ ਮੰਡਲ ਜੀ ਦਾ ਬਹੁਤ ਵੱਡਾ ਯੋਗਦਾਨ ਆ। ਤੇ ਸਭ ਤੋਂ ਵੱਡੀ ਹੈਰਾਨੀ ਇਹ ਆ ਕਿ ਸਾਡੇ ਲੋਕ ਸਿਆਣੇ ਕਿੰਨੇ ਸੀਗੇ। ਬਿਲਕੁਲ ਦੇਖੋ, ਜਿਹੜੇ ਬਜ਼ੁਰਗਾਂ ਨੂੰ ਪੜ੍ਹ ਸੀਗੇ, ਕਲਕੱਤੇ, ਪੰਜਾਬ ਤੋਂ ਜਿਹੜੇ ਕਲਕੱਤੇ ਦੇ ਵਿੱਚ ਕੰਮ ਕਰਦੇ ਸੀ, ਉਹ ਪੂਰੇ ਜਾਗਰਤ ਸਾਡੇ ਬਜ਼ੁਰਗ ਸੀਗੇ, ਬੇਸ਼ੱਕ ਉਹ ਅਨਪੜ੍ਹ ਸੀਗੇ।
ਉਹਨਾਂ ਨੂੰ ਇਹ ਪਤਾ ਜਜ਼ਬਾ ਸੀਗਾ ਵੀ ਜਿਹੜਾ ਜੇ ਬਾਬਾ ਸਾਹਿਬ ਨਹੀਂ ਜਾਂਦੇ ਤਾਂ ਸਾਡੇ ਸਮਾਜ ਦੇ ਜਿਹੜੇ ਹੱਕ ਅਧਿਕਾਰ ਆ ਉਹ ਮੰਨ ਲਓ ਕਿਸੇ ਵੀ ਖਤਰੇ ਦੇ ਹਾਲਤ ਵਿੱਚ 'ਚ ਆ, ਸੁਰੱਖਿਅਤ ਨਹੀਂ ਮਿਲਣੇ ਨਹੀਂ ਹੋਣਗੇ। ਸਾਨੂੰ। ਹੂੰ ਜਾਣੀ ਕਿ ਬਾਬਾ ਸਾਹਿਬ ਦੇ ਜਾਣ ਤੋਂ ਬਾਅਦ ਜਿਹੜਾ ਅੱਜ ਤੱਕ ਕਾਂਗਰਸ ਦਾ ਜਾਂ ਹੋਰ ਪਾਰਟੀਆਂ ਦਾ ਜਿਹੜਾ ਸਮਾਂ ਚੱਲਦਾ, ਅੱਜ ਪੜ੍ਹ ਲਿਖ ਗਏ ਬਹੁਤ ਜ਼ਿਆਦਾ, ਪਰ ਸਾਡੇ ਸਮਾਜ ਇੰਨਾ ਜਾਗਰਤ ਨਹੀਂ ਹੈਗਾ। ਹੂੰ ਇਹ ਸੋਚਣ ਵਾਲੀ ਗੱਲ ਹੈਗੀ ਆ। ਤੇ ਹੂੰ ਬਹੁਤ ਬਹੁਤ ਧੰਨਵਾਦ ਜੋਗਿੰਦਰ ਸਿੰਘ ਬਾਲਮਗਾੜੀ, ਜਿਹੜਾ ਤੁਸੀਂ ਇੱਕ ਇਹ ਜਿਹੜਾ ਨਾ ਕੱਢ ਕੇ ਲਿਆਂਦਾ ਹੈਗਾ ਕਿ ਜਿਹੜੇ ਹੂੰ ਲੋਕ ਇਹ ਕਹਿੰਦੇ ਹੈਗੇ ਆ ਕਿ ਬਾਬਾ ਸਾਹਿਬ ਨੂੰ ਸੰਵਿਧਾਨ ਸਭਾ ਦੇ ਵਿੱਚ ਲਿਆਉਣ ਵਾਲੀ ਕਾਂਗਰਸ ਆ, ਕਾਂਗਰਸ ਦਾ ਵਿਰੋਧ ਕਰ ਰਹੀ ਸੀ। ਹੂੰ ਮੈਂ ਸਤਿਕਾਰਯੋਗ ਸਾਥੀਆਂ ਨੂੰ ਇੱਥੇ ਦੱਸਣਾ ਚਾਹਨਾ ਕਿ ਜਿਹੜਾ ਪਟੇਲ ਸੀਗਾ ਨਾ, ਉਹ ਇਹ ਕਹਿ ਰਿਹਾ ਸੀਗਾ ਤਾਕੀਆਂ ਦਰਵਾਜ਼ੇ ਤੱਕ ਕੀ ਤੇਲੇ ਝੀਤਾਂ ਵੀ ਬੰਦ ਕਰ ਦਿੱਤੀਆਂ। ਹਾਂਜੀ, ਤੁਸੀਂ ਅੱਗੇ ਜੱਗਾ ਜਾਰੀ ਰੱਖੋ ਜੀ। ਹੂੰ ਹਾਂਜੀ ਸਰ। ਮੈਂ ਸਾਥੀਓ, ਅਸੀਂ ਜਦ ਬਾਬਾ ਸਾਹਿਬ ਸੰਵਿਧਾਨ ਸਭਾ ਦੇ ਵਿੱਚ ਪਹੁੰਚੇ ਜੀ ਤਾਂ ਸਾਨੂੰ ਉਹਨਾਂ ਦਾ ਪਹਿਲਾ ਭਾਸ਼ਣ ਜੋ ਉਹਨਾਂ ਨੇ ਸੰਵਿਧਾਨ ਸਭਾ ਦੇ ਵਿੱਚ ਦਿੱਤਾ, ਉਹਦੇ ਤੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਸਾਨੂੰ। ਜੀ ਔਰ ਮੈਂ ਇੱਥੇ ਖਾਸ ਤੌਰ ਤੇ ਜ਼ਿਕਰ ਕਰਨਾ ਚਾਹੂੰਗਾ ਕਿ ਬਾਬਾ ਸਾਹਿਬ ਦੇ ਦੋ ਭਾਸ਼ਣ ਜਿਹੜੇ ਹੈਗੇ ਆ ਉਹ ਸਾਰਿਆਂ ਨੂੰ ਪੜ੍ਹਨੇ ਚਾਹੀਦੇ ਆ। ਅਸੀਂ ਉਹਦਾ ਪੰਜਾਬੀ ਅਨੁਵਾਦ ਕੀਤਾ ਹੈ ਦੋਨਾਂ ਜੀ ਜੀ ਭਾਸ਼ਣਾਂ ਦਾ। ਜੀ ਜੀ ਕਿ ਸੰਵਿਧਾਨ ਸਭਾ ਦੇ ਵਿੱਚ ਬਾਬਾ ਸਾਹਿਬ ਦਾ ਪਹਿਲਾ ਭਾਸ਼ਣ ਜੀ ਔਰ ਸੰਵਿਧਾਨ ਪੂਰਾ ਹੋਣ ਤੇ 25 ਨਵੰਬਰ 1949 ਦਾ, ਯਾਨੀ 26 ਨਵੰਬਰ 1949 ਨੂੰ ਅਸੀਂ ਗਿਣਦੇ ਹਾਂ ਕਿ ਉਸ ਦਿਨ ਸੰਵਿਧਾਨ ਪੂਰਾ ਹੋਇਆ। ਜੀ ਉਸ ਤੋਂ ਇੱਕ ਦਿਨ ਪਹਿਲਾਂ ਜੋ ਬਾਬਾ ਸਾਹਿਬ ਨੇ ਭਾਰਤੀ ਸੰਵਿਧਾਨ ਬਾਰੇ ਜਾਂ ਸੰਵਿਧਾਨ ਬਣਨ ਦੀ ਪ੍ਰਕਿਰਿਆ ਦੇ ਵਿੱਚ ਜੋ ਕੁਝ ਵੀ ਜਿਹੜੇ ਸਾਥੀਆਂ ਦਾ ਜ਼ਿਕਰ ਕੀਤਾ, ਕੁਝ ਘਟਨਾਵਾਂ ਦਾ ਜ਼ਿਕਰ ਕੀਤਾ ਤੇ ਕੁਝ ਇਤਿਹਾਸ ਦਾ ਜ਼ਿਕਰ ਕੀਤਾ, ਉਸ ਨੂੰ ਜੀ ਸਮਝਣਾ ਬਹੁਤ ਜ਼ਰੂਰੀ ਹੈ। ਜੀ ਜੀ ਕਿਉਂਕਿ ਪਹਿਲੇ ਭਾਸ਼ਣ ਦੇ ਵਿੱਚ ਬਾਬਾ ਸਾਹਿਬ ਜਦੋਂ ਸੰਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਅੱਛਾ ਜੀ। ਤਾਂ ਬਾਬਾ ਸਾਹਿਬ ਜਿਹੜਾ ਉਹ ਜ਼ਿਕਰ ਕਰਦੇ ਆ ਕਿ ਭਾਰਤੀ ਸੰਵਿਧਾਨ ਵਾਸਤੇ 8 ਪ੍ਰਸਤਾਵ ਹੈ ਜਿਹੜੇ ਉਹ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੇਸ਼ ਕੀਤੇ। ਅੱਛਾ ਜੀ। ਉਹਦੇ ਵਿੱਚ ਪ੍ਰਸਤਾਵ ਨੰਬਰ 6 ਦੇ ਵਿੱਚ ਅੱਛਾ ਜ਼ਿਕਰ ਜੀ। ਕੀਤਾ ਗਿਆ ਸੀਗਾ ਕਿ ਘੱਟ ਗਿਣਤੀਆਂ, ਦਲਿਤਾਂ, ਪਛੜਿਆਂ ਨੂੰ ਵੀ ਇੱਕ ਸੁਰੱਖਿਆ ਜਾਂ ਅਧਿਕਾਰ ਦਿੱਤੇ ਜਾਣ। ਜੀ ਜੀ ਯਾਨੀ ਇਹ 8 ਪ੍ਰਸਤਾਵਾਂ ਦੇ ਵਿੱਚੋਂ ਪ੍ਰਸਤਾਵ ਨੰਬਰ 6 ਦੇ ਵਿੱਚ ਇਸ ਗੱਲ ਦਾ ਜ਼ਿਕਰ ਸੀਗਾ ਕਿ ਸਾਨੂੰ ਜਿਹੜਾ ਹੈਗਾ 1935 ਦੇ ਐਕਟ ਮੁਤਾਬਕ ਜੋ ਵੀ ਸੁਰੱਖਿਆ ਮਿਲੀ ਹੈ ਜਾਂ ਅਧਿਕਾਰ ਮਿਲੇ ਹੈ ਉਹ ਜਿਹੜੇ ਹੈਗੇ ਆ ਭਾਵੀ ਸੰਵਿਧਾਨ ਦੇ ਵਿੱਚ ਮਿਲਣਗੇ। ਤਾਂ ਬਾਬਾ ਸਾਹਿਬ ਉੱਥੇ ਸਵਾਲ ਖੜਾ ਕਰਦੇ ਆਪਣੇ ਭਾਸ਼ਣ ਦੇ ਵਿੱਚ ਅੱਛਾ ਕਿ ਜੀ। ਅਧਿਕਾਰ ਆਪਣੇ ਆਪ ਚ ਕੁਝ ਨਹੀਂ ਹੁੰਦੇ ਜਦੋਂ ਤੱਕ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ। ਵਾਹ ਜੀ ਵਾਹ। ਤਾਂ ਬਾਬਾ ਸਾਹਿਬ ਕਹਿੰਦੇ ਕਿ ਤੁਸੀਂ ਸਾਨੂੰ ਅਧਿਕਾਰ ਦੇ ਰਹੇ ਹੋ ਜਾਂ ਜਿਹੜੇ ਜੀ ਜੀ ਦਲਿਤ ਪਛੜੇ ਲੋਕ ਨੇ ਉਹਨਾਂ ਨੂੰ ਅਧਿਕਾਰ ਦੇ ਰਹੇ ਹੋ, ਸੁਰੱਖਿਆ ਦਾ ਕੀ ਪ੍ਰਬੰਧ ਹੈ? ਅਗਰ ਬਿਲਕੁਲ ਉਹ ਬਾਬਾ ਸਾਹਿਬ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਅਧਿਕਾਰ ਆਪਣੇ ਆਪ ਚ ਕੁਝ ਨਹੀਂ ਹੁੰਦੇ ਬਿਲਕੁਲ ਜਦੋਂ ਤੱਕ ਉਹਨਾਂ ਦੀ ਸੁਰੱਖਿਆ ਵਾਸਤੇ ਕੋਈ ਪ੍ਰਬੰਧ ਨਾ ਕੀਤਾ ਜਾਵੇ। ਔਰ ਬਿਲਕੁਲ ਬਿਲਕੁਲ ਇਹ ਬੜੀ ਮਹੱਤਵਪੂਰਨ ਗੱਲ ਆ ਤੇ ਔਰ ਅੱਜ ਦੇ ਸਮੇਂ 'ਚ ਵੀ ਇਹ ਪ੍ਰਸੰਗਿਕ ਹੈ ਬਿਲਕੁਲ ਜੀ ਕਿ ਬਿਲਕੁਲ। ਅਧਿਕਾਰ ਮਿਲੇ ਆ ਪਰ ਜਦ ਤੱਕ ਅਸੀਂ ਉਹਨਾਂ ਦੀ ਸੁਰੱਖਿਆ ਵਾਸਤੇ ਚੇਤਨ ਨਹੀਂ ਹੋਵਾਂਗੇ, ਜਾਗਰੂਕ ਨਹੀਂ ਹੋਵਾਂਗੇ, ਉਹਨਾਂ ਅਧਿਕਾਰਾਂ ਨੂੰ ਲਗਾਤਾਰ ਬਣਾਈ ਰੱਖਣ ਵਾਸਤੇ ਯਤਨ ਨਹੀਂ ਕਰਾਂਗੇ, ਤਦ ਤੱਕ ਉਹ ਸਾਡੇ ਅਧਿਕਾਰ ਆ ਜਿਹੜੇ ਸੁਰੱਖਿਅਤ ਨਹੀਂ ਰਹਿਣਗੇ। ਔਰ ਬਾਬਾ ਸਾਹਿਬ ਨੂੰ ਉਸ ਸਮੇਂ, ਕਿਉਂਕਿ ਬਾਬਾ ਸਾਹਿਬ ਦਾ ਪੂਰਾ ਜੀਵਨ ਹੈ ਜਿਹੜਾ ਉਹ ਇਹਨਾਂ ਦੀਆਂ ਇਹੋ ਜਿਹੀਆਂ ਪ੍ਰਸਤੀਆਂ ਚੋਂ ਲੰਘਿਆ ਸੀ ਕਿ ਇਸ ਦੇਸ਼ ਦੀ ਬ੍ਰਾਹਮਣਵਾਦੀ ਵਿਵਸਥਾ ਜਾਂ ਇਸ ਦੇਸ਼ ਦੇ ਬ੍ਰਾਹਮਣ ਲੋਕ ਹੈ ਜਿਹੜੇ ਉਹ ਸਾਡੇ ਨਾਲ ਕਿੱਥੋਂ ਤੱਕ ਜਾ ਸਕਦੇ ਆ। ਇਸ ਕਰਕੇ ਉਹਨੂੰ ਕਰਾ ਸੀ ਕਿ ਅਧਿਕਾਰ ਕਹਿਣ ਨਾਲ ਨਹੀਂ, ਲਿਖਣ ਨਾਲ ਨਹੀਂ, ਅਧਿਕਾਰਾਂ ਵਾਸਤੇ ਸੁਰੱਖਿਆ ਬਹੁਤ ਜ਼ਿਆਦਾ ਜ਼ਰੂਰੀ। ਬਿਲਕੁਲ ਔਰ ਉਸ ਤੋਂ ਬਾਅਦ ਅਸੀਂ ਜਾਣਦੇ ਹਾਂ ਸਾਰੇ ਕਿ ਬਾਬਾ ਸਾਹਿਬ ਨੂੰ ਜਿੱਥੋਂ ਦੇ ਉਹ ਸਾਡੇ ਲੋਕਾਂ ਨੇ ਜਿੱਥੋਂ ਜਿਤਾ ਕੇ ਸਾਨੂੰ ਬਾਬਾ ਸਾਹਿਬ ਨੂੰ ਭੇਜਿਆ, ਉਹ ਜੀ ਇਲਾਕਾ ਜਿਹੜਾ ਹੈਗਾ ਉਹ
ਪਾਕਿਸਤਾਨ ਨੂੰ ਦੇ ਦਿੱਤਾ ਗਿਆ। ਇਹ ਉਹ ਕਹਿ ਵੰਡ ਹੈ ਸਕਦੇ ਹਾਂ ਜਿਹੜੀ। ਜੀ। ਹਾਂਜੀ ਹਾਂਜੀ। ਸਰ, ਇਹ ਕਹਿ ਸਕਦੇ ਕਿ ਉਹਨਾਂ ਲੋਕਾਂ ਨੂੰ ਸਜ਼ਾ ਦਿੱਤੀ ਗਈ ਵੀ ਹਾਂ, ਤੁਹਾਡੀ ਉਹ ਇਹ ਸਜ਼ਾ ਮਜ਼ਾਕ ਸੀਗੀ। ਔਰ ਵੀ ਤੁਸੀਂ ਬਾਬਾ ਸਾਹਿਬ ਨੂੰ ਇਹ ਜਿਤਾ ਕੇ ਭੇਜਿਆ। ਹਾਂਜੀ ਹਾਂ, ਇਸ ਕਰਕੇ ਸਜ਼ਾ ਦਿੱਤੀ ਗਈ ਉਹਨਾਂ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਬਾਬਾ ਸਾਹਿਬ ਨੂੰ ਉੱਥੋਂ ਜਿਤਵਾ ਕੇ ਭੇਜਿਆ, ਤਾਂ ਅਸੀਂ ਤੁਹਾਨੂੰ ਆਪਣਾ ਹਿੱਸਾ ਮੰਨਣ ਨੂੰ ਤਿਆਰ ਨਹੀਂ ਹੈ। ਹਾਲਾਂਕਿ ਉਹਨਾਂ ਜਿਹੜੇ ਇਲਾਕਿਆਂ ਦੀ ਆਬਾਦੀ ਹੈ ਜਿਹੜੀ ਉਹਦੇ ਚ ਜਿਹੜੀ ਵੰਡ ਦਾ ਪੈਮਾਨਾ ਇਹ ਸੀਗਾ ਕਿ ਜਿੱਥੇ 50% ਤੋਂ ਜ਼ਿਆਦਾ ਮੁਸਲਮਾਨ ਹੈ, ਹਾਂਜੀ ਉਹਨਾਂ ਦੀ ਵੰਡ ਹੀ ਹੋਏਗੀ, ਉਹਨਾਂ ਇਲਾਕਿਆਂ ਦੀ ਵੰਡ ਹੀ ਹੋਏਗੀ। ਹਾਂਜੀ ਪਰ ਉਹਨਾਂ ਇਲਾਕਿਆਂ ਦੇ ਵਿੱਚ ਹਿੰਦੂਆਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ। ਇਹਦੇ ਬਾਵਜੂਦ ਵੀ ਉਹਦਾ ਇਲਾਕਾ ਦਾ ਜਿਹੜੇ ਜ਼ਿਲ੍ਹੇ ਪੈਂਦੇ ਸੀ, ਖੁਲਣਾ, ਜੈਸੋਰ, ਬੋਰੀਸਾ, ਜੀ ਇਹ 3 ਜ਼ਿਲ੍ਹੇ ਸੀਗੇ। ਉਹਨਾਂ ਨੂੰ ਜ਼ਬਰਦਸਤੀ ਜਿਹੜਾ ਹੈ ਉਹ ਪਾਕਿਸਤਾਨ ਦਾ ਹਿੱਸਾ ਬਣਾਇਆ ਗਿਆ, ਔਰ ਬਾਬਾ ਸਾਹਿਬ ਨੂੰ ਇਹ ਕਿਹਾ ਗਿਆ ਕਿ ਤੁਸੀਂ ਹੁਣ ਪਾਕਿਸਤਾਨ ਚਲੇ ਜਾਓ, ਕਿਉਂਕਿ ਹੁਣ ਤੁਹਾਡਾ ਜਿਹੜਾ ਜਿੱਥੋਂ ਤੁਸੀਂ ਭਾਜੀ ਇੱਕ ਜਿੱਤੇ ਮਿੰਟ ਸੀਗੇ ਭਾਜੀ ਇੱਕ ਉੱਥੇ ਮਿੰਟ ਉਹ ਤੁਹਾਡਾ ਇਲਾਕਾ ਹੀ ਪਾਕਿਸਤਾਨ ਚਲਾ ਗਿਆ, ਤੁਸੀਂ ਹੁਣ ਪਾਕਿਸਤਾਨ ਚਲੇ ਜਾਓ। ਤਾਂ ਬਾਬਾ ਸਾਹਿਬ ਬਹੁਤ ਨਿਰਾਸ਼ ਹੋਏ, ਔਰ ਇਸ ਗੱਲ ਦਾ ਉਹਨਾਂ ਨੇ ਫਿਰ ਇੱਕ ਕੋਸ਼ਿਸ਼ ਕੀਤੀ, ਅੰਗਰੇਜ਼ਾਂ ਦੇ ਨਾਲ ਗੱਲਬਾਤ ਕੀਤੀ ਕਿ ਅਗਰ ਸਾਡਾ ਕੋਈ ਸੰਵਿਧਾਨ ਸਭਾ ਦੇ ਵਿੱਚ ਸਾਡਾ ਕੋਈ ਬੰਦਾ ਨਾ ਹੋਇਆ, ਜੀ ਸਾਡੇ ਹਿੱਤਾਂ ਦੀ ਰਾਖੀ ਕਰਨ ਵਾਲਾ, ਸਾਡੇ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਕੋਈ ਨੁਮਾਇੰਦਾ ਨਾ ਹੋਇਆ, ਤਾਂ ਇਹ ਸਾਨੂੰ ਕਿਸੇ ਵੀ ਹਾਲ 'ਚ ਅਧਿਕਾਰ ਨਹੀਂ ਦੇਣ। ਬਿਲਕੁਲ। ਤਾਂ ਉਹ ਇੱਕ ਲੰਬੀ ਚੌੜੀ ਕਹਾਣੀ ਹੈ, ਹਾਂਜੀ ਅਸੀਂ ਇਸ ਹਾਂਜੀ ਇਤਿਹਾਸ 'ਚ ਨਹੀਂ ਜਾਵਾਂਗੇ। ਬਿਲਕੁਲ ਔਰ ਬਾਬਾ ਸਾਹਿਬ ਨੂੰ ਦੁਬਾਰਾ ਤੋਂ ਫਿਰ ਕਾਂਗਰਸ ਦੇ ਇੱਕ ਬੰਦੇ ਤੋਂ ਅਸਤੀਫਾ ਦਵਾਇਆ ਗਿਆ, ਫਿਰ ਉਹਨੂੰ ਬਾਬਾ ਸਾਹਿਬ ਨੂੰ ਫਿਰ ਦੁਬਾਰਾ ਉਹ ਸੰਵਿਧਾਨ ਸਭਾ ਦੇ ਮੈਂਬਰ ਬਣੇ। ਔਰ ਆਜ਼ਾਦੀ ਤੋਂ ਬਾਅਦ 28 ਅਗਸਤ 1947 ਨੂੰ ਉਹਨਾਂ ਨੇ ਦੁਬਾਰਾ ਉਸ ਸੰਵਿਧਾਨ ਸਭਾ ਦੇ ਮੈਂਬਰ ਬਣੇ। ਔਰ ਉਸ ਤੋਂ ਜੀ ਬਾਅਦ 29 ਅਗਸਤ ਨੂੰ ਖਰੜਾ ਕਮੇਟੀ, ਜਿਹੜੀ ਡਰਾਫਟਿੰਗ ਕਮੇਟੀ ਬਣੀ, ਤੇ ਉਹਨਾਂ ਜੀ ਨੂੰ ਡਰਾਫਟਿੰਗ ਦਾ ਚੇਅਰਮੈਨ ਬਣਾਇਆ ਗਿਆ। ਜੀ ਜੀ ਔਰ 30 ਅਗਸਤ 1947 ਤੋਂ ਭਾਰਤੀ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਦਾ ਜਿਹੜੀ ਉਹ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਵਜੋਂ ਉਹਨਾਂ ਨੇ ਭਾਰਤੀ ਸੰਵਿਧਾਨ ਦੀ ਰਚਨਾ ਸ਼ੁਰੂ ਕੀਤੀ। ਜੀ ਤਾਂ ਉਹਦੇ 'ਚ ਖਾਸ ਤੌਰ ਤੇ ਜਿਹੜਾ ਬਾਬਾ ਸਾਹਿਬ ਨੇ ਉਸ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਆਪਣੀ ਪੂਰੀ ਤਨਦੇਹੀ ਨਾਲ, ਆਪਣੀ ਬਿਮਾਰੀ ਦੀ ਹਾਲਤ ਦੇ ਵਿੱਚ ਹੁੰਦਿਆਂ ਹੋਇਆਂ ਵੀ ਜੀ ਜੀ ਦਿਨ ਰਾਤ ਕਰਕੇ ਉਹ ਭਾਰਤੀ ਸੰਵਿਧਾਨ ਨੂੰ ਉਹਨਾਂ ਦਾ ਰਚਨਾ ਕੀਤੀ। ਔਰ ਉਹ ਇਕੱਲੇ ਖਰੜਾ ਕਮੇਟੀ ਦੇ ਚੇਅਰਮੈਨ ਨਹੀਂ ਸੀ, ਉਹਨਾਂ ਨੂੰ ਅਸੀਂ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਵਜੋਂ ਜਾਣਦੇ ਹਾਂ। ਔਰ ਬਿਲਕੁਲ ਜੀ ਉਹਨਾਂ ਦਾ ਬਿਲਕੁਲ ਭਾਰਤੀ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਉਹਨਾਂ ਦੀ ਇੱਕ ਬਹੁਤ ਵੱਡਾ ਯੋਗਦਾਨ ਸੀ। ਬਿਲਕੁਲ ਠੀਕ ਹੈ ਕਿ ਉਹਨਾਂ ਨੇ ਜਦੋਂ ਭਾਰਤੀ ਸੰਵਿਧਾਨ ਦੇ ਮੁਕੰਮਲ ਹੋਣ ਤੋਂ ਬਾਅਦ ਕੁਝ ਆਦਮੀਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਜਿਨ੍ਹਾਂ ਦੀ ਭੂਮਿਕਾ ਰਹੀ ਹੈ ਔਰ ਜੀ ਹੈ ਵੀ, ਅਸੀਂ ਉਹਨਾਂ ਨੂੰ ਡਿਨਾਈ ਨਹੀਂ ਕਰਾਂਗੇ। ਪਰ ਜੀ ਬਾਬਾ ਸਾਹਿਬ ਦੀ ਜਿਹੜੀ ਭੂਮਿਕਾ ਸੀਗੀ ਉਹ ਲਾਸਾਨੀ ਸੀ, ਉਹਨੂੰ ਬਿਲਕੁਲ ਕਿਸੇ ਤਰ੍ਹਾਂ ਜਿਹੜਾ ਹੈਗਾ ਉਹ ਅਸੀਂ ਦੂਸਰਿਆਂ ਨਾਲ ਕੋਈ ਕੰਪੈਰੀਜ਼ਨ ਨਹੀਂ ਕਰ ਸਕਦੇ। ਉਹਨਾਂ ਨੇ ਜਿਸ ਤਰ੍ਹਾਂ ਦੀ ਭੂਮਿਕਾ ਜਾਂ ਜਿਸ ਤਰ੍ਹਾਂ ਦਾ ਸੰਘਰਸ਼, ਬਿਮਾਰੀ ਦੇ ਬਾਵਜੂਦ ਉਹਨਾਂ ਨੇ ਭਾਰਤੀ ਸੰਵਿਧਾਨ ਨੂੰ ਪੂਰਾ ਕੀਤਾ। ਔਰ ਜਦ ਮੁਕੰਮਲ ਹੋਣ ਤੋਂ ਬਾਅਦ ਭਾਰਤੀ ਸੰਵਿਧਾਨ, ਤਾਂ ਉਹਨਾਂ ਦਾ ਇੱਕ ਭਾਸ਼ਣ ਹੈ ਬਾਬਾ ਸਾਹਿਬ ਜੀ ਨੇ ਜੋ ਦਿੱਤਾ, ਜੀ ਉਹਦੇ 'ਚ ਉਹਨਾਂ ਜਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਬਾਬਾ ਸਾਹਿਬ ਨੇ, ਉਹਦੇ ਤੇ ਮੈਂ ਕੁਝ ਚਰਚਾ ਕਰਨੀ ਚਾਹਾਂਗਾ। ਜੀ 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 ਉਹਦੇ 'ਚ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਕਹੀ ਕਿ ਭਾਰਤੀ ਸੰਵਿਧਾਨ ਚਾਹੇ ਜਿੰਨਾ ਮਰਜ਼ੀ ਚੰਗਾ, ਕੋਈ ਵੀ ਸੰਵਿਧਾਨ ਹੋ, ਭਾਰਤੀ ਜੀ ਸੰਵਿਧਾਨ ਨਹੀਂ, ਕੋਈ ਵੀ ਸੰਵਿਧਾਨ ਭਾਵੇਂ ਕਿੰਨਾ ਚੰਗਾ ਹੋਵੇ, ਅਗਰ ਉਹ ਗਲਤ ਹੱਥਾਂ ਦੇ ਵਿੱਚ ਚਲਾ ਗਿਆ ਤਾਂ ਉਹ ਗਲਤ ਸਾਬਤ ਹੋਏਗਾ। ਬਿਲਕੁਲ ਅਗਰ ਸੰਵਿਧਾਨ ਚਾਹੇ ਉਹਨਾਂ ਚੰਗਾ ਨਹੀਂ ਹੈ, ਮਾੜਾ ਵੀ ਹੈ, ਅਗਰ ਉਹ ਸਹੀ ਹੱਥਾਂ ਦੇ ਵਿੱਚ ਹੈ ਤਾਂ ਉਹ ਸੁਰੱਖਿਅਤ ਹੋਏਗਾ। ਤਾਂ ਬਾਬਾ ਸਾਹਿਬ ਦੀ ਇਸ ਗੱਲ ਦੇ ਵਿੱਚ ਮੈਂ ਸਮਝਦਾ ਕਿ ਇੱਕ ਚੇਤਾਵਨੀ ਵੀ ਸੀ, ਕਿ ਉਹਨਾਂ ਨੂੰ ਖਦਸ਼ਾ ਵੀ ਸੀ, ਔਰ ਅੱਜ ਉਹ ਸਾਬਤ ਵੀ ਹੋ ਰਿਹਾ ਸਰ ਕਿ ਜੀ, ਮੈਂ ਇੱਥੇ ਤੁਹਾਨੂੰ ਮਿਲ ਜਾ ਰੋਕਦਾ ਹੈਗਾ।
ਜੀ। ਜਿੱਦਾਂ ਆਪਾਂ ਜਦੋਂ ਇਤਿਹਾਸ ਨੂੰ ਪੜ੍ਹਦੇ ਆ, ਜਦੋਂ ਇਹਨਾਂ ਮਨੂਵਾਦੀ ਪਾਰਟੀਆਂ ਜਾਂ ਮਨੂਵਾਦੀ ਸੋਚ ਦੇ ਲੋਕਾਂ ਨੂੰ ਦੇਖਦੇ ਹੈਗੇ ਆ, ਤਾਂ ਬਾਬਾ ਸਾਹਿਬ ਨੇ ਇਹ ਜਿਹੜੀ ਗੱਲ ਕਹੀ ਹੈਗੀ ਤੇ ਉਦੇ ਨਹੀਂ ਕਹਿਤੀ ਵੀ ਸੰਵਿਧਾਨ ਜਿੰਨਾ ਹੂੰ ਮਰਜ਼ੀ ਚੰਗਾ ਹੋਵੇ, ਜੇਕਰ ਹੂੰ ਉਹਨੂੰ ਚਲਾਉਣ ਵਾਲੇ ਮਨੁੱਖ ਹੂੰ ਸਹੀ ਢੰਗ ਹੂੰ ਨਾਲ ਨਹੀਂ ਚਲਾਉਂਦੇ ਤਾਂ ਇਨਸਾਨ ਹੀ ਦੋਸ਼ਤ ਆ। ਹੂੰ ਹੂੰ ਹੂੰ। ਕਿਉਂਕਿ ਜਿਹੜੇ ਹਾਂ। ਲੋਕ ਇਹ ਕਹਿੰਦੇ ਸੀਗੇ ਹੂੰ। ਵੀ ਤੇਰੇ ਲਈ ਤਾਂ ਤਾਕੀਆਂ ਦਰਵਾਜ਼ੇ ਤੱਕ ਇਹ ਚੀਤਾਂ ਵੀ ਬੰਦ ਕਰਤੀਆਂ, ਬਿਲਕੁਲ ਤੇ ਬਾਬਾ ਸਾਹਿਬ ਬਿਲਕੁਲ ਬਿਲਕੁਲ। ਸੰਵਿਧਾਨ ਸਭਾ ਵਿੱਚ ਜਾ ਕੇ ਇਹ ਗੱਲ ਕਹਿੰਦੇ ਆ ਵੀ ਮੈਂ ਤੁਹਾਡੀਆਂ ਹੂੰ। ਤਾਕੀਆਂ ਦਰਵਾਜ਼ੇ ਤੋੜ ਕੇ ਆ ਗਿਆ। ਆ ਗਿਆ, ਬਿਲਕੁਲ ਬਿਲਕੁਲ ਆ ਗਿਆ ਕਿੱਡੀ ਬੜੀ ਗੱਲ ਆ, ਕਿਉਂਕਿ ਬਿਲਕੁਲ। ਉਹਨਾਂ ਦੀ ਜਿਹੜੀ ਮਾਨਸਾ ਸੀਗੀ ਨਾ, ਮਾਨਸਿਕਤਾ, ਉਹਨੂੰ ਬਾਬਾ ਹੂੰ। ਸਾਹਿਬ ਚੰਗੀ ਤਰ੍ਹਾਂ ਜਾਣਦੇ ਸੀ, ਚੰਗੀ ਤਰ੍ਹਾਂ ਸਮਝਦੇ ਸੀ। ਚੰਗੀ ਤਰ੍ਹਾਂ ਸਮਝਦੇ ਸੀ। ਹਾਂਜੀ ਬਿਲਕੁਲ ਬਿਲਕੁਲ। ਔਰ ਦੂਸਰੀ ਗੱਲ ਉਹਨਾਂ ਨੇ ਕਹੀ ਹੈ ਕਿ ਵਿਅਕਤੀਗਤ ਪੂਜਾ ਜੀ ਜਿਹੜੀ ਹੀਰੋ ਵਰਸ਼ਿਪ ਜਿਹੜੀ ਹੈ, ਜੀ ਕਿ ਕਿਸੇ ਮਨੁੱਖ ਨੂੰ ਤੁਸੀਂ ਇੰਨੇ ਅਧਿਕਾਰ ਨਾ ਦੇ ਦਿਓ ਕਿ ਉਹ ਤੁਹਾਨੂੰ ਜਿਹੜੀਆਂ ਸੰਵਿਧਾਨਕ ਸੰਸਥਾਵਾਂ ਨੂੰ ਖਤਮ ਕਰ ਦੇ। ਜੀ 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 ਹੁਣ ਤੁਸੀਂ ਬਾਬਾ ਸਾਹਿਬ ਦਾ ਜਿਹੜੀ ਹੈਗੀ ਆ ਉਹਨਾਂ ਦੀ ਦੂਰਦ੍ਰਿਸ਼ਟੀ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬਿਲਕੁਲ ਬਾਬਾ ਸਾਹਿਬ ਨੇ ਜਦੋਂ ਭਾਰਤੀ ਸੰਵਿਧਾਨ ਮੁਕੰਮਲ ਹੋਇਆ ਤਾਂ ਬਾਬਾ ਸਾਹਿਬ ਨੇ ਉਸ ਸਮੇਂ ਇਹ ਗੱਲ ਕਹੀ ਕਿ ਕਿਸੇ ਮਨੁੱਖ ਨੂੰ ਤੁਸੀਂ ਜੀ 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 ਬਿਲਕੁਲ। ਇੰਨੇ ਅਧਿਕਾਰ ਨਾ ਦੇ ਦਿਓ, ਜਾਨੀ ਪੂਜਾ ਨਾ ਕਰ ਦਿਓ। ਨਾਇਕ ਪੂਜਾ ਨਹੀਂ ਉਹਨੇ ਕਰਨੀ। ਕਿਹਾ ਹਾਂਜੀ ਕਿ ਭਾਰਤੀ ਲੋਕਾਂ ਦੀ ਇਹ ਬਿਰਤੀ ਹੈ, ਬਿਲਕੁਲ ਲੋਕਾਂ ਦੀ ਇਹ ਬਿਰਤੀ ਹੈ ਕਿ ਉਹ ਕਿਸੇ ਵਿਅਕਤੀ ਨੂੰ ਬਹੁਤ ਉੱਚਾ ਸਥਾਨ ਦਿੰਦੇ ਆ, ਪੂਜਾ ਹਾਂਜੀ ਕਰਦੇ ਆ ਜਾਂ ਉਹਦੀ ਹੀਰੋ ਵਰਸ਼ਿਪ ਕਰਦੇ ਆ। ਉਹ ਹਾਂਜੀ ਕਹਿੰਦੇ ਕਿ ਬਹੁਤ ਖਤਰਨਾਕ ਹੈ। ਔਰ ਬਿਲਕੁਲ ਕਿਸੇ ਬੰਦੇ ਨੂੰ ਤੁਸੀਂ ਇੰਨੀ ਤਾਕਤ ਨਾ ਦੇ ਦਿਓ ਕਿ ਉਹ ਤੁਹਾਡੀਆਂ ਸੰਵਿਧਾਨਕ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਖਤਮ ਕਰ ਦੇ। ਬਿਲਕੁਲ ਉਸ ਤੋਂ ਬਾਅਦ ਬਾਬਾ ਸਾਹਿਬ ਨੇ ਜਿਹੜੀ ਅਗਲੀ ਗੱਲ ਕਹੀ ਕਿ ਇਹ ਦੇਸ਼ ਹੈ ਜਿਹੜਾ ਇਹ ਬਹੁਤਾ ਸਮਾਂ ਗੁਲਾਮੀ 'ਚ ਰਿਹਾ। ਔਰ ਹਾਂਜੀ ਉਹਦੇ 'ਚ ਉਹਨਾਂ ਨੇ ਬਾਬਾ ਸਾਹਿਬ ਨੇ 6-7 ਉਦਾਹਰਨਾਂ ਦਿੱਤੀਆਂ ਕਿ ਇਹ ਦੇਸ਼ ਹੈ ਜਿਹੜਾ ਇਹ ਸਾਡੇ ਗਦਾਰ ਲੋਕਾਂ ਕਰਕੇ ਗੁਲਾਮ ਰਿਹਾ। ਅੱਛਾ ਜੀ, ਇਹ ਹਾਂ ਵੀ ਗੱਲ ਉਹਨਾਂ ਕਹੀ ਨੇ ਜਾਂਦੀ। ਉਹਨਾਂ ਨੇ ਜੈ ਚੰਦ ਦੀ ਉਦਾਹਰਨ ਦਿੱਤੀ, 1857 ਦੇ ਵਿਦਰੋਹ ਦੀ ਜ਼ਿਕਰ ਕੀਤਾ ਜੀ ਜੀ ਕਿ ਇਹ ਦੇਸ਼ ਹੈ ਜਿਹੜਾ ਇਹ ਸਾਡੇ ਲੋਕਾਂ ਦੀ ਗਦਾਰੀ ਕਾਰਨ ਹੀ ਗੁਲਾਮ ਰਿਹਾ। ਔਰ ਸਾਨੂੰ ਅੱਗੇ ਤੋਂ ਇਸ ਗੱਲ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਬਿਲਕੁਲ ਅਸੀਂ ਇਸ ਆਜ਼ਾਦੀ ਨੂੰ ਫਿਰ ਤੋਂ ਤਾਂ ਨਹੀਂ ਗਵਾ ਲਵਾਂਗੇ। ਕਿ ਸਾਨੂੰ ਜਿਹੜਾ ਹੈਗਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਲੋਕਾਂ ਕਰਕੇ ਦੇਸ਼ ਜਿਹੜਾ ਹੈਗਾ ਉਹ ਗੁਲਾਮ ਰਿਹਾ। ਉਹਦੇ ਤੋ ਵਿੱਚ ਅਸੀਂ ਸਾਰੀਆਂ ਚੀਜ਼ਾਂ ਭਾਰਤੀ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਹਾਂਜੀ ਕਿ ਕਿਸ ਤਰ੍ਹਾਂ ਮੁਗਲਾਂ ਨੂੰ ਬੁਲਾਇਆ ਗਿਆ, ਜੀ ਜੀ ਹਨਾ, ਜੀ ਆਰੀਆਂ ਨੂੰ ਬੁਲਾਇਆ ਗਿਆ ਜਾਂ ਹੋਰ ਵਿਦੇਸ਼ੀ ਹਮਲਾਵਰਾਂ ਨੂੰ ਬੁਲਾਇਆ ਗਿਆ ਬੁਲਾਇਆ ਗਿਆ। ਨਾ ਕਿ ਆਈ ਸੀ। ਹਾਂਜੀ ਹਾਂ, ਤਾਂ ਉਹ ਬਾਬਾ ਬਾਬਾ ਸਾਹਿਬ ਕਹਿੰਦੇ ਕਿ ਅਸੀਂ ਸਾਨੂੰ ਹਾਂਜੀ ਆਜ਼ਾਦੀ ਹੈ ਜਿਹੜੀ ਇਹ ਅਸੀਂ ਗਵਾ ਨਾ ਲਈਏ, ਇਸ ਗੱਲ ਦਾ ਵੀ ਸਾਨੂੰ ਧਿਆਨ ਰੱਖਣਾ ਪਵੇਗਾ। ਔਰ ਬਾਬਾ ਸਾਹਿਬ ਇੱਕ ਹੋਰ ਮਹੱਤਵਪੂਰਨ ਗੱਲ ਕਰਦੇ ਜੀ ਕਿ ਅੱਜ ਅਸੀਂ ਰਾਜਨੀਤਿਕ ਤੌਰ ਤੇ ਬਰਾਬਰ ਹੋ ਗਏ ਜੀ ਤੇ ਸਾਨੂੰ ਜਿੰਨੀ ਜਲਦੀ ਹੋਵੇ ਸਾਨੂੰ ਆਰਥਿਕ ਤੇ ਸਮਾਜਿਕ ਬਰਾਬਰੀ ਜਿਹੜੀ ਹੈ ਉਹ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਜੀ ਜੀ ਯਾਨੀ ਅੱਜ ਅਸੀਂ ਰਾਜਨੀਤਿਕ ਤੌਰ ਤੇ ਸਾਡੇ ਵੋਟ ਇੱਕ ਹੋ ਗਈ, ਯਾਨੀ ਪ੍ਰਧਾਨ ਮੰਤਰੀ ਦੀ ਵੋਟ ਦੀ ਕੀਮਤ ਵੀ ਉਨੀ ਹੈ ਤੇ ਇੱਕ ਸਾਡਾ ਜਿਹੜਾ ਆਮ ਸਧਾਰਨ ਮਨੁੱਖ ਹੈ ਉਹਦੀ ਵੋਟ ਦੀ ਕੀਮਤ ਵੀ ਉਨੀ ਹੈ। ਬਿਲਕੁਲ ਜੀ ਔਰ ਅਸੀਂ ਰਾਜਨੀਤਿਕ ਤੌਰ ਤੇ ਬਰਾਬਰ ਹੋ ਗਏ, ਪਰ ਆਰਥਿਕ ਤੌਰ ਤੇ ਗੈਰ ਬਰਾਬਰੀ ਵੱਡੇ ਪੱਧਰ ਤੇ ਹੈ। ਸਮਾਜਿਕ ਗੈਰ ਬਰਾਬਰੀ ਇਸ ਦੇਸ਼ ਵਿੱਚ ਬਹੁਤ ਵੱਡੇ ਪੱਧਰ ਤੇ ਹੈ। ਔਰ ਸਾਨੂੰ ਜਿੰਨੀ ਜਲਦੀ ਹੋਏ ਉਨੀ ਜਲਦੀ ਤੋਂ ਜਲਦੀ ਸਾਨੂੰ ਆਰਥਿਕ ਤੇ ਸਮਾਜਿਕ ਬਰਾਬਰੀ ਲਿਆਉਣੀ ਚਾਹੀਦੀ ਹੈ। ਔਰ ਅਗਰ ਇਹ ਆਜ਼ਾਦੀ ਬਰਾਬਰੀ ਨਹੀਂ ਆਏਗੀ, ਯਾਨੀ ਆਰਥਿਕ ਤੇ ਸਮਾਜਿਕ ਬਰਾਬਰੀ ਨਾ ਆਈ, ਤਾਂ ਇਸ ਦੇਸ਼ ਦੇ ਲੋਕ ਹੈ ਜਿਹੜੇ ਉਹ ਸੰਵਿਧਾਨ ਤੋਂ ਬਾਹਰ ਜਾ ਕੇ ਜਿਹੜਾ ਹੈਗਾ ਉਹ ਕੋਈ ਇਸ ਤਰ੍ਹਾਂ ਦੀ ਕ੍ਰਾਂਤੀ
ਲਿਆਉਣ ਦੀ ਕੋਸ਼ਿਸ਼ ਕਰਨਗੇ, ਯਤਨ ਕਰਨਗੇ, ਤਾਂ ਉਸ ਪ੍ਰਸਥਿਤੀ ਤੋਂ ਸਾਨੂੰ ਬਚਣਾ ਚਾਹੀਦਾ। ਯਾਨੀ ਬਾਬਾ ਸਾਹਿਬ ਦਾ ਮਤਲਬ ਹਾਂਜੀ, ਸੀਗਾ ਕਿ ਇਕੱਲੀ ਰਾਜਨੀਤਿਕ ਆਜ਼ਾਦੀ ਨਹੀਂ, ਸਾਨੂੰ ਸਮਾਜਿਕ, ਆਰਥਿਕ ਬਰਾਬਰੀ ਵੀ ਜਿਹੜੀ ਹੈਗੀ ਆ ਬਹੁਤ ਉਹ ਜ਼ਰੂਰੀ ਹੈ। ਉਹ ਲਿਆਉਣ ਦੀ ਜ਼ਰੂਰਤ ਹੈ। ਇਸ ਗੱਲ ਦਾ ਜ਼ਿਕਰ ਬਾਬਾ ਸਾਹਿਬ ਨੇ ਦੂਸਰੇ ਭਾਸ਼ਣ ਦੇ ਵਿੱਚ ਉਹਨਾਂ ਨੇ ਕੀਤਾ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਵੀ ਇਹ ਜਵਾਬ ਦਿੱਤੇ, ਕਿਉਂਕਿ ਉਸ ਸਮੇਂ ਇਹ ਦੋਸ਼ ਲੱਗਿਆ ਬਾਬਾ ਸਾਹਿਬ ਤੇ ਕਿ ਇਸ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਬਹੁਤ ਲੰਬਾ ਸਮਾਂ ਲਗਾਇਆ। ਬਾਬਾ ਸਾਹਿਬ ਨੂੰ ਜਿਵੇਂ ਉੱਥੇ ਕੋਈ ਕਟਾਸ ਵੀ ਕੀਤੇ ਗਏ ਜੀ ਜੀ ਕਿ ਜੀ ਡਰਾਫਟਿੰਗ ਕਮੇਟੀ ਨੇ ਸਹੀ ਕੰਮ ਨਹੀਂ ਕੀਤਾ, ਜੀ ਜਾਂ ਜੀ ਇਸ ਤਰ੍ਹਾਂ ਦੇ। ਉਹਨਾਂ ਨੇ ਫਿਰ ਸਾਰਿਆਂ ਨੇ ਤਸੱਲੀ ਨਾਲ, ਬਾਬਾ ਸਾਹਿਬ ਨੇ ਫਿਰ ਜਦੋਂ ਉਹ ਆ ਜਾਂਦੇ ਸੀ ਮੰਚ ਤੇ, ਤਾਂ ਫਿਰ ਉਹ ਤਸੱਲੀ ਕਰਾ ਦਿੰਦੇ ਸੀਗੇ। ਤਾਂ ਫਿਰ ਬਿਲਕੁਲ ਉਹਨਾਂ ਨੇ ਬਿਲਕੁਲ। ਤਸੱਲੀ ਕਰਾਈ ਉਹਨਾਂ ਲੋਕਾਂ ਦੀ ਸਰ ਜੀ ਇੱਕ ਕਿ ਮਿੰਟ। ਹਾਂਜੀ। ਹਾਂਜੀ। ਸੋ ਸਤਿਕਾਰਯੋਗ ਸਾਥੀਓ, ਜੇਕਰ ਆਪਾਂ ਦੁਨੀਆ ਦੇ ਸੰਵਿਧਾਨਾਂ ਨੂੰ ਲਈਏ, ਜਦੋਂ ਉਹ ਲਿਖ ਹੋਏ ਆ ਨਾ, ਸਭ ਤੋਂ ਘੱਟ ਸਮਾਂ ਜਿਹੜਾ ਹੈ, ਭਾਰਤ ਕਿੱਡਾ ਬੜਾ ਦੇਸ਼ ਹੈਗਾ, ਔਰ ਸਭ ਤੋਂ ਘੱਟ ਸਮਾਂ ਬਾਬਾ ਸਾਹਿਬ ਨੇ ਇਹਨੂੰ ਲਾਇਆ ਹੈਗਾ। ਜਾਣੀ ਕਿ ਜੇਕਰ ਆਸਟ੍ਰੇਲੀਆ ਜਾਂ ਅਮਰੀਕਾ ਕਿਸੇ ਵੀ ਦੇਸ਼ ਨੂੰ ਆਪਾਂ ਲੈ ਲਈਏ, ਜਦ ਆਪਾਂ ਇਤਿਹਾਸ ਪੜ੍ਹਦੇ ਹਾਂ, ਆਪਾਂ ਸ਼ਾਰਟ ਦੇ ਵਿੱਚ ਗੱਲ ਕਰਦੇ ਹਾਂ, ਤਾਂ ਬਾਬਾ ਸਾਹਿਬ ਨੇ ਦਿਨ ਪਰ ਰਾਤ ਜਾ ਕੇ ਉਹਨਾਂ ਦੀ ਜਿਹੜੀ ਆ ਅੱਖਾਂ ਦੀ ਨਿਗਾਹ ਤੱਕ ਚੱਲ ਗਈ ਸੀਗੀ। ਉਹਨਾਂ ਦੀ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਹੂੰ ਹੂੰ ਜਾਣੀ ਕਿ ਆਪਣਾ ਪੂਰਾ ਯੋਗਦਾਨ ਪਾਇਆ। ਨਹੀਂ, ਅਸੀਂ ਉਹਨੂੰ ਦੂਸਰੇ ਜੇਕਰ ਬਾਬਾ, ਸ਼ਬਦਾਂ 'ਚ ਕਹਿ ਸਕਦੇ ਹਾਂ ਕਿ ਹਾਂਜੀ ਬਾਕੀ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਜਿਹੜਾ ਵੱਡਾ ਸੰਵਿਧਾਨ ਹੈ, ਜਿਹਦੇ 'ਚ ਹਾਂਜੀ 395 ਅਨੁਛੇਦ ਹੈ, 8 ਜੀ ਜੀ ਅਨੁਸੂਚੀਆਂ ਹੈ। ਜੀ ਜੀ ਤਾਂ ਜਦੋਂ ਉਸ ਟਾਈਮ ਤੇ ਜਿਹੜੇ ਸੰਵਿਧਾਨ ਬਣੇ, ਉਹਨਾਂ ਸੰਵਿਧਾਨਾਂ ਦੇ ਮੁਕਾਬਲੇ ਜਿੰਨਾ ਸਾਡਾ ਵਿਸਥਾਰ ਪੂਰਵਕ ਸੰਵਿਧਾਨ ਹੈ, ਜੀ ਜੀ ਉਸ ਨੂੰ ਬਣਾਉਣ ਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਬਾਬਾ ਸਾਹਿਬ ਦੀ ਵਿਦਵਤਾ ਤੇ ਬਾਬਾ ਸਾਹਿਬ ਦੀ ਜਿਹੜੀ ਲਸਾਨੀ ਗਿਆਨ ਹੋਣ ਕਾਰਨ ਉਹਨਾਂ ਨੇ ਬਹੁਤ ਘੱਟ ਸਮਾਂ ਜਿਹੜਾ ਹੈਗਾ ਉਹ ਲਿਆ। ਅਗਰ ਦੂਸਰੇ ਬਿਲਕੁਲ ਜੀ ਦੇਸ਼ਾਂ ਦੇ ਬਿਲਕੁਲ ਮੁਕਾਬਲੇ ਉਸ ਨੂੰ ਰੱਖਿਆ ਜਾਵੇ, ਤਾਂ ਚਾਹੇ ਉਹ ਆਸਟ੍ਰੇਲੀਆ, ਕੈਨੇਡਾ, ਸਾਊਥ ਅਫਰੀਕਾ, ਇਸ ਤਰ੍ਹਾਂ ਦੀਆਂ ਉਦਾਹਰਨਾਂ ਬਾਬਾ ਸਾਹਿਬ ਨੇ ਉਸ ਦੂਸਰੇ ਭਾਸ਼ਣ ਦੇ ਵਿੱਚ ਵੀ ਬਿਲਕੁਲ ਜੀ ਦਿੱਤੀਆਂ ਬਿਲਕੁਲ ਕਿ ਬਿਲਕੁਲ ਉਹਨਾਂ ਦਾ ਸੰਵਿਧਾਨ ਕਿੱਡੇ ਛੋਟੇ ਸੀਗੇ ਔਰ ਕਿੰਨਾ ਉਹਨਾਂ ਨੂੰ ਸਮਾਂ ਲੱਗਿਆ। ਔਰ ਸਾਡਾ ਸੰਵਿਧਾਨ ਆ ਜਿਹੜਾ, ਉਹ ਵਿਸ਼ਾਲ ਹੋਣ ਦੇ ਬਾਵਜੂਦ ਵੀ ਅਸੀਂ ਉਸ ਨੂੰ ਉਹਨਾਂ ਦੇ ਮੁਕਾਬਲੇ ਘੱਟ ਸਮੇਂ ਦੇ ਵਿੱਚ ਇਸ ਨੂੰ ਬਣਾਉਣ ਦੇ ਵਿੱਚ ਕਾਮਯਾਬ ਹੋ ਸਕੇ। ਸੋ ਸਤਿਕਾਰਯੋਗ ਸਾਥੀਓ, 26 ਜਨਵਰੀ 1950 ਨੂੰ ਬਾਬਾ ਸਾਹਿਬ ਉਦੋਂ ਨਹੀਂ ਕਹਿ ਰਹੇ ਹੈਗੇ ਕਿ ਤੁਸੀਂ ਰਾਜਨੀਤਿਕ ਤੌਰ ਤੇ ਜਿਹੜੇ ਬਰਾਬਰ ਹੋ ਗਏ ਆ, ਪਰ ਸਮਾਜਿਕ ਤੌਰ ਤੇ ਤੁਸੀਂ ਬਰਾਬਰ ਹੋਣਾ ਆ। ਉਹਨਾਂ ਦਾ ਕਹਿਣ ਦਾ ਮਤਲਬ ਹੱਕ ਜਿਹੜਾ ਨਾ ਮੰਗਿਆ ਨਹੀਂ ਮਿਲਦੇ, ਹੱਕ ਹੋਣੇ ਪੈਂਦੇ ਆ, ਤੇ ਇਹਨਾਂ ਹੱਕਾਂ ਲਈ ਤੁਹਾਨੂੰ ਸੁਚੇਤ ਹੋਣਾ ਪੈਣਾ। ਸਚੇਤ ਤੇ ਜਾਗਰਤ ਹੋਏ ਬਿਨਾਂ, ਕੋਈ ਵੀ ਸਮਾਜ ਆ ਜਿਹੜਾ ਆਪਣੇ ਅਧਿਕਾਰਾਂ ਦੀ ਰਾਖੀ ਨਹੀਂ ਕਰ ਸਕਦਾ। ਬਿਲਕੁਲ ਜੀ ਅਗਰ ਬਿਲਕੁਲ। ਅਸੀਂ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਨਹੀਂ ਹੋਵਾਂਗੇ, ਤਾਂ ਫਿਰ ਸਾਨੂੰ ਇਹ ਸੰਵਿਧਾਨ ਆ ਜਿਹੜਾ, ਉਹ ਸਾਡਾ ਜਿਹੜਾ ਸੰਵਿਧਾਨਕ ਅਧਿਕਾਰ ਮਿਲੇ ਆ, ਉਹ ਸਾਡੇ ਕੋਲ ਜ਼ਿਆਦਾ ਦੇਰ ਤੱਕ ਨਹੀਂ ਰਹਿਣ। ਬਿਲਕੁਲ ਜੀ। ਕਿਉਂਕਿ ਇਸ ਦੇਸ਼ ਦੇ ਵਿੱਚ ਜਿਹੜੀ ਬ੍ਰਾਹਮਣੀ ਵਿਵਸਥਾ, ਉਹ ਸਾਨੂੰ ਅਧਿਕਾਰ ਦੇਣ ਨੂੰ ਕਿਸੇ ਵੀ ਤਰ੍ਹਾਂ ਤਿਆਰ ਨਹੀਂ। ਬਿਲਕੁਲ ਜੀ ਬਿਲਕੁਲ। ਸਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਸਾਥੀਓ, ਬਹੁਤ ਬਰੀਕੀ ਨਾਲ ਸੋਚਣ ਵਾਲੀਆਂ ਗੱਲਾਂ ਹੈਗੀਆਂ ਕਿ ਜੇਕਰ ਇਹ ਬਾਬਾ ਸਾਹਿਬ ਪੂਰੇ ਦੇਸ਼ ਦੇ ਲੋਕਾਂ ਨੂੰ ਕਹਿ ਰਿਹਾ, ਨਾ ਕਿ ਕਿਸੇ ਇੱਕ ਬਰਾਦਰੀ, ਇੱਕ ਜਾਤ ਨੂੰ, ਇੱਕ ਮਜ਼ਹਬ ਨੂੰ ਕਹਿ ਰਹੇ ਹੈਗੇ ਆ ਵੀ ਤੁਸੀਂ ਸਮਾਜਿਕ ਤੌਰ ਤੇ ਬਰਾਬਰ ਹੋਣਾ ਹੈਗਾ। ਬਰਾਬਰ ਕਿਸ ਤਰ੍ਹਾਂ ਹੁੰਦਾ ਹੈਗਾ ਕਿ ਇੱਕ ਨਾ ਸ਼ਬਦ ਆ ਸਰ ਜੀ ਗੁਰਬਾਣੀ ਦੇ ਵਿੱਚ ਕਿ ਪੜੋਸੀ ਦੇ ਘਰ ਆਗ ਲੱਗੀ ਸੋ ਆਪਣੇ ਘਰ ਮੇ ਜਾਣ। ਜਦੋਂ ਦਾ ਸੰਵਿਧਾਨ ਲਾਗੂ ਹੋਇਆ, ਜਦੋਂ ਦਾ ਇਤਿਹਾਸ ਸਰਕਾਰਾਂ ਦਾ ਪੱਟਦੇ ਆ ਨਾ, ਉਹ ਕੱਲੇ ਨੂੰ ਕੋਹ ਕੇ ਕਿਸੇ ਨਾ ਕਿਸੇ ਢੰਗ ਨਾਲ ਉਹ ਦਬਾਉਂਦੇ ਹੈਗੇ ਆ ਉਹਨਾਂ ਦੇ ਹੱਕਾਂ ਅਧਿਕਾਰਾਂ ਤੋਂ। ਇੱਕ ਵਰਗ ਜਾਂ ਇੱਕ ਬਰਾਦਰੀ ਕਹਿ ਲਓ ਜਾਂ ਇੱਕ ਮਜ਼ਹਬ ਕਹਿ ਲਓ, ਉਹ ਦੂਸਰੇ ਵਾਲਾ ਦੇਖਦਾ ਰਹਿੰਦਾ ਵੀ ਹਜੇ ਮੇਰੀ ਵਾਰੀ ਆਈ ਨਹੀਂ, ਪਰ ਕੱਲੇ ਦੀ ਵਾਰੀ ਆ ਚੁੱਕੀ ਹੈਗੀ ਆ। ਬਹੁਤ ਸਾਡੇ ਕੋਲ ਏਦਾਂ ਦੀਆਂ ਘਟਨਾਵਾਂ ਹੈਗੀਆਂ ਅੱਜ ਤੱਕ, ਕਿਉਂਕਿ ਇਹਦਾ ਕਾਰਨ ਇਹ ਆ ਕਿ ਅਸੀਂ ਜਾਗਰਤ, ਅਸੀਂ ਜਿਹੜੇ ਆ
ਮੰਨ ਕੇ ਸੁਚੇਤ ਨਹੀਂ ਹੋਏ ਜਿਹੜਾ ਸਾਡਾ ਸਮਾਜ ਆ, ਇਸ ਬਿਲਕੁਲ। ਕਰਕੇ ਸਮਾਜਿਕ ਬਰਾਬਰੀ ਨਹੀਂ ਆਈ। ਮਿਸਾਲ ਦੇ ਤੌਰ ਤੇ ਸਾਨੂੰ ਇਦਾਂ ਲੱਗਦਾ ਹੈਗਾ ਕਿ ਮੈਂ ਕਿਸੇ ਇੱਕ ਬਰਾਦਰੀ ਨੂੰ ਨਹੀਂ ਕਹਿ ਰਿਹਾ ਵੀਰੋ, ਸਾਨੂੰ ਇਦਾਂ ਲੱਗਦਾ ਕਿ ਸਾਡੀ ਬਰਾਦਰੀ ਦਾ ਲੀਡਰ ਜਿਹੜਾ ਜਿੱਤ ਗਿਆ ਹੈਗਾ, ਪਰ ਅਸੀਂ ਕਦੇ ਪੁੱਛਿਆ ਹੈਗਾ ਕਿ ਜਿਹੜੇ ਸਾਡੇ ਹੱਕ ਅਧਿਕਾਰ ਉਹ ਕਿੱਥੇ ਗਏ ਆ? ਉਹਨੂੰ ਕਦੇ ਪੁੱਛਿਆ? ਕਿਸੇ ਵੀ ਪਾਰਟੀ ਦਾ ਜਦੋਂ ਆਪਾਂ ਜਿਤਾ ਕੇ ਭੇਜਦੇ ਹੈਗੇ ਆ, ਜਾਣੀ ਕਿ ਇਹ ਇਦਾਂ ਬਰਾਬਰਤਾ ਨਹੀਂ ਸੀ, ਸਾਡਾ ਫਰਜ਼ ਸੀਗਾ। ਜਿੱਦਾਂ ਅਸੀਂ, ਜਿਸ ਤਰ੍ਹਾਂ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਕਹਿੰਦੇ ਆ ਕਿ ਆਪਣੀ ਵੋਟ ਦੀ ਰੱਖਿਆ ਉਸ ਤਰ੍ਹਾਂ ਕਰਨੀ ਹੈਗੀ ਆ, ਉਹਨੂੰ ਇਸ ਤਰ੍ਹਾਂ ਵੇਖਣਾ ਹੈਗਾ ਜਿੱਦਾਂ ਆਪਣੀਆਂ ਅਸੀਂ ਧੀਆਂ ਭੈਣਾਂ ਦੀ ਇੱਜ਼ਤ ਦੀ ਰੱਖਿਆ ਕਰਦੇ ਹਾਂ। ਬਿਲਕੁਲ ਬਿਲਕੁਲ। ਅਸਲ ਵਿੱਚ ਜੇਕਰ ਅੱਜ ਅਸੀਂ ਖੱਜਲ ਹੋ ਰਹੇ ਹਾਂ ਨਾ, ਸਮਾਜ ਨੂੰ ਗੁੰਮਰਾਹ ਕੀਤਾ ਸਰਕਾਰਾਂ ਨੇ, ਉਹ ਸਾਡੀ ਅਗਿਆਨਤਾ ਕਰਕੇ ਹੀ ਹੋਇਆ ਹੈਗਾ। ਅਸੀਂ ਸੰਵਿਧਾਨ ਨੂੰ ਪੜ੍ਹਿਆ ਨਹੀਂ, ਜਿਸ ਸੰਵਿਧਾਨ ਦੇ ਕਰਕੇ ਪ੍ਰੋਫੈਸਰ ਗੁਰਨਾਮ ਸਿੰਘ ਜੀ ਮੁਕਤਸਰ ਕਹਿੰਦੇ ਹੁੰਦੇ ਸੀ ਕਿ 2 ਕਰੋੜ ਲੋਕਾਂ ਨੂੰ ਨੌਕਰੀ ਮਿਲੀ, ਜਿਹੜੇ ਲੋਕ ਵਗਾਰ ਕਰਦੇ ਸੀਗੇ। ਖੋਤੀ ਸਿਸਟਮ ਬਾਬਾ ਸਾਹਿਬ ਨੇ ਖਤਮ ਕੀਤਾ, ਵਗਾਰ ਸਿਸਟਮ ਬਾਬਾ ਸਾਹਿਬ ਨੇ ਖਤਮ ਕੀਤਾ। ਹੋਰ ਅਨੇਕਾਂ ਕਿਹੜਾ ਇਹੋ ਜਿਹਾ ਅਧਿਕਾਰ ਹੈ ਜਿਹੜਾ ਬਾਬਾ ਸਾਹਿਬ ਨੇ ਸਾਨੂੰ ਨਹੀਂ ਦਿੱਤਾ? ਅਸੀਂ ਕਹਿ ਹੀ ਨਹੀਂ ਸਕਦੇ ਹੈਗੇ ਕਿ ਕਿਹੜਾ ਇਹੋ ਜਿਹਾ ਅਧਿਕਾਰ ਆ ਜਿਹਨੇ ਬਾਬਾ ਸਾਹਿਬ ਨੇ ਸਾਡੇ ਲਈ ਲੜਾਈ ਨਹੀਂ ਲੜੀ ਹੈਗੀ। ਬਿਲਕੁਲ। ਸੋ ਸਾਥੀਓ, ਜਿਹੜਾ ਧਾਰਮਿਕ ਇੱਕ ਸਿਸਟਮ ਹੁੰਦਾ, ਇੱਕ ਅਲੱਗ ਚੀਜ਼ ਆ। ਆਪਣੇ ਹੱਕਾਂ ਅਧਿਕਾਰਾਂ ਨੂੰ ਜਾਣਨ ਲਈ ਸੰਵਿਧਾਨ ਨੂੰ ਪੜ੍ਹਨਾ ਬਹੁਤ ਜ਼ਰੂਰੀ ਆ। ਤਾਂ ਸਾਨੂੰ ਪਤਾ ਚੱਲੇਗਾ ਕਿ ਅਸੀਂ ਇਹ ਹੈ ਕਿ ਜਿਹੜਾ ਉਸ ਸਮੇਂ ਸੰਵਿਧਾਨ ਨੂੰ ਨਹੀਂ ਮੰਨਿਆ, ਜਿਨ੍ਹਾਂ ਨੇ ਮਨੂ ਸਿਮਰਤੀ ਉਸ ਸਮੇਂ ਵੀ ਦਿਮਾਗ ਸੀਗੀ ਜੀ, ਉਹ ਅੱਜ ਵੀ ਉਹ ਲੋਕ ਇਸ ਸੰਵਿਧਾਨ ਦੇ ਵਿੱਚ ਨੂੰ ਖਤਮ ਕਰਨ ਤੇ ਤੁਲੇ ਹੋਏ ਆ। ਬਿਲਕੁਲ ਜੀ, ਬਿਲਕੁਲ। ਉਹਨਾਂ ਨੇ ਤਾਂ ਆਪਣੇ ਪ੍ਰਬੰਧ ਕੀਤੇ ਹੋਏ ਆ। ਜੀ। ਉਹਨਾਂ ਨੇ ਪ੍ਰਬੰਧ ਕੀ ਕੀਤਾ ਹੋਇਆ ਕਿ ਉਹ ਸਾਡੀ ਸਾਰੀ ਸੰਵਿਧਾਨਕ ਸੰਸਥਾਵਾਂ ਤੇ ਕਾਬਜ਼ ਲੋਕ ਨੇ ਉਹ। ਔਰ ਜਦੋਂ ਸੰਵਿਧਾਨਕ ਸੰਸਥਾਵਾਂ ਜਿਹੜੀਆਂ ਸੰਸਥਾਵਾਂ ਹੈਗੀਆਂ ਉਹਦੇ ਤੇ ਸਾਡੇ ਜਿਹੜੇ ਉਸ ਮਨੂ ਸਿਮਰਤੀ ਨੂੰ ਮੰਨਣ ਵਾਲੇ ਲੋਕ ਹੈ, ਤਾਂ ਉਹ ਸਾਨੂੰ ਅਧਿਕਾਰ ਨਹੀਂ ਦੇਣਗੇ। ਬਿਲਕੁਲ ਜੀ। ਉਹ ਜੇ ਸਾਨੂੰ ਅਧਿਕਾਰ ਨਹੀਂ ਦੇਣਗੇ ਤਾਂ ਜਿਹੜੀ ਅਸੀਂ ਨਿਆਂਪਾਲਿਕਾ ਕੋਲ ਜਾਵਾਂਗੇ। ਜੀ। ਤਾਂ ਨਿਆਂਪਾਲਿਕਾ ਦੇ ਵਿੱਚ ਉਹਨਾਂ ਨੇ ਪੂਰਨ ਰੂਪ ਦੇ ਵਿੱਚ ਕਬਜ਼ਾ ਕਰਿਆ ਹੋਇਆ। ਬਿਲਕੁਲ ਜੀ, ਬਿਲਕੁਲ। ਯਾਨੀ ਉੱਥੇ ਜਿਹੜਾ ਅੱਜ ਕੁਲੀਜੀਅਮ ਸਿਸਟਮ ਹੈ, ਯਾਨੀ ਜੱਜਾਂ ਨੂੰ ਜੱਜ ਹੀ ਚੁਣਦਾ। ਪੂਰੇ ਸੰਸਾਰ ਦੇ ਵਿੱਚ ਭਾਰਤ ਦੇ ਅੰਦਰ ਹੀ ਇੱਕ ਅਜਿਹੀ ਪ੍ਰਣਾਲੀ ਹੈ ਕਿ ਜਿਸ ਨੂੰ ਇੱਕ ਆਦਮੀ ਨੂੰ ਉਸੇ ਨੂੰ ਚੁਣਨ ਦਾ ਅਧਿਕਾਰ ਹੈ। ਯਾਨੀ ਮੇਰੇ ਕੋਲੇ ਅਧਿਕਾਰ ਹੈਗਾ, ਜਿਵੇਂ ਉਦਾਹਰਨ ਵਜੋਂ ਆਪਾਂ ਕਹਿ ਦਈਏ ਕਿ ਬਲਵਿੰਦਰ ਸਿੰਘ ਨੂੰ ਇਹ ਅਧਿਕਾਰ ਹੈ ਕਿ ਅਗਲਾ ਜਿਹੜਾ ਹੈਗਾ ਉਹ ਜੱਜ ਹੈ ਜਾਂ ਮੇਰੀ ਥਾਂ ਤੇ ਬੈਠਣ ਵਾਲਾ ਉਹ ਕੌਣ ਹੋਏਗਾ, ਉਹ ਬਲਵਿੰਦਰ ਸਿੰਘ ਹੀ ਤੈਅ ਕਰ ਸਕਦਾ। ਉਹ ਫਿਰ ਨਿਆਂ ਪ੍ਰਣਾਲੀ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਕਿ ਉਹ ਜਿਹੜੇ ਹੈ ਉਹ ਕੁਲੀਜੀਅਮ ਸਿਸਟਮ ਦੇ ਕਰਕੇ ਉਹ ਆਪਣੇ ਜੱਜ ਆ ਜਿਹੜੇ ਉਹਨਾਂ ਨੂੰ ਨਿਯੁਕਤ ਕੀਤਾ ਜਾਂਦਾ। ਔਰ ਸਾਨੂੰ ਜਿਹੜੇ ਸਾਡੀ ਸੰਵਿਧਾਨਕ ਅਧਿਕਾਰ ਉਹ ਸਾਨੂੰ ਸੁਰੱਖਿਅਤ ਨਾ ਹੋਣ ਤੇ ਅਸੀਂ ਕਿੱਥੇ ਜਾਵਾਂਗੇ? ਉਹ ਨਿਆਂਪਾਲਿਕਾ ਕੋਲ ਜਾਵਾਂਗੇ ਤਾਂ ਨਿਆਂਪਾਲਿਕਾ ਸਾਨੂੰ ਅਧਿਕਾਰ ਨਹੀਂ ਦੇ। ਦੂਸਰਾ, ਜੋ ਅੱਜ ਪੂਰੇ ਦੇਸ਼ ਦਾ ਜੋ ਵਿਵਸਥਾ ਬਣੀ ਹੋਈ ਹੈ, ਉਹਦੇ ਤੁਸੀਂ ਥੋੜਾ ਜਿਹਾ ਬਰੀਕੀ ਨਾਲ ਦੇਖੋਗੇ ਤਾਂ ਸਾਡੀ ਗੱਲ ਪੂਰਨ ਰੂਪ ਚ ਸਮਝ ਆ ਜਾਂਦੀ ਹੈ ਕਿ ਉਹ ਕਿਸ ਲੈਵਲ ਤੱਕ ਕਾਬਜ਼ ਨੇ। ਕਿ ਜਿਸ ਤਰ੍ਹਾਂ OBC ਦੀ ਗਿਣਤੀ ਜਿਹੜੀ ਹੈਗੀ ਆ ਉਹ 52% ਹੈ ਜੀ। ਔਰ ਉਹ ਜਿਹੜੀਆਂ ਕਲਾਸ 1 ਜਾਂ ਕਲਾਸ 2 ਜਾਂ ਜਿਹੜੀਆਂ ਕੋਈ ਸੰਵਿਧਾਨਕ ਜਾਂ ਜਿਹੜੀਆਂ ਪ੍ਰਬੰਧਕੀ ਅਦਾਰੇ ਨੇ ਜਾਂ ਪ੍ਰਬੰਧਕੀ ਪੋਸਟਾਂ ਨੇ, ਉਹਦੇ ਵਿੱਚ 4% ਆ ਜੀ। ਤਾਂ ਉਸ ਤੋਂ ਬਾਅਦ ਜਾਨੀ ਇੱਕ ਸਮਾਜ ਦਾ ਅੱਧਾ ਹਿੱਸਾ ਜਿਹੜਾ ਹੈਗਾ ਉਸਨੂੰ ਉਹਨੇ ਆਪਣੇ ਸਿਸਟਮ ਦੇ ਅੰਦਰ ਉਹ ਤੋਂ ਬਾਹਰ ਰੱਖਿਆ ਹੋਇਆ। ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਇਸ ਦੇਸ਼ ਦੇ ਵਿੱਚ ਮੁਸਲਮਾਨ ਜਿਹੜੇ ਬਹੁ ਗਿਣਤੀ SC ST ਤੇ OBC ਹੈ ਜੀ।
ਜਿਹੜੇ ਉੱਚ ਜਿਹੜੇ ਵਰਗਨ ਚੋਂ, ਉੱਚ ਜਾਤੀਆਂ ਚੋਂ ਪ੍ਰਵਰਤਿਤ ਮੁਸਲਮਾਨ ਹੈ, ਉਹ ਉਹਨਾਂ ਦੇ ਹਾਂਜੀ ਸਕੇ ਸੰਬੰਧੀ ਹੈ। ਬਿਲਕੁਲ ਔਰ ਜਿਹੜਾ SC ST OBC ਚੋਂ ਪ੍ਰਵਰਤਿਤ ਮੁਸਲਮਾਨ ਆ, ਉਹਦੇ ਖਿਲਾਫ ਇੱਕ ਮਾਹੌਲ ਆ ਜਿਹੜਾ ਪੂਰੇ ਦੇਸ਼ ਦੇ ਵਿੱਚ ਬਣਿਆ ਹੋਇਆ। ਤਾਂ ਬਿਲਕੁਲ ਤੁਸੀਂ ਇਹ ਮੰਨ ਕੇ ਚਲੋ ਕਿ 52 ਉਹ ਹੋ ਗਏ, ਤਾਂ 15-16% ਧਰਮ ਪ੍ਰਵਰਤਕ ਜਿਹੜੇ ਮੁਸਲਮਾਨ ਆ ਉਹ ਹੋ ਗਏ। ਤਾਂ ਉਹਨਾਂ ਨੂੰ ਇੱਕ ਜਿਹੜੀ ਮੁੱਖ ਧਾਰਾ ਤੋਂ ਬਾਹਰ ਰੱਖਿਆ ਜਾਂਦਾ। ਉਸ ਤੋਂ ਬਾਅਦ ਆ ਜਾਂਦੇ ਆ ਸਾਡੇ ਕੋਲੇ ਅਨੁਸੂਚਿਤ ਕਬੀਲੇ, ਜਿਹੜੇ ਜੀ ਜੀ ਉਹ ਗਿਣਤੀ 9-10% ਹੈ। ਜੀ ਜੀ ਉਹਨਾਂ ਦੀ ਗਿਣਤੀ ਵੀ ਜਿਹੜੀ ਸੰਵਿਧਾਨਕ ਸੰਸਥਾਵਾਂ ਜਾਂ ਜਿਹੜੀਆਂ ਉਹ ਉਹਨਾਂ 'ਚ ਆਟੇ ਚੋਂ ਲੂਣ ਵਰਗੀ ਹੈ ਉਹਨਾਂ ਦੀ ਸਥਿਤੀ ਹੈ। ਥੋੜੀ ਉੱਚੀ ਬੋਲੋ ਜੀ। ਹਾਂਜੀ ਮੈਂ ਉਹਨਾਂ ਦੀ ਸਥਿਤੀ ਵੀ ਆਟੇ ਚ ਲੂਣ ਵਰਗੀ, ਯਾਨੀ ਬਹੁਤ ਘੱਟ ਨੇ ਉਹ ਲੋਕ। ਔਰ ਤੁਸੀਂ 52, 16, ਫਿਰ ਉਸ ਤੋਂ ਬਾਅਦ 10 ਇਹੀ ਹਨਾ। ਹਾਂਜੀ ਤਾਂ ਉਸ ਤੋਂ ਬਾਅਦ ਆ ਜਾਂਦਾ ਸ਼ਡਿਊਲਡ ਕਾਸਟ। ਸ਼ਡਿਊਲਡ ਜੀ ਜੀ ਕਾਸਟ ਅਜੇ ਕਿਤੇ ਨਾ ਕਿਤੇ ਤੁਹਾਨੂੰ ਉਹ ਦਿਸਦਾ ਹੈ ਸਰਵਿਸ ਦੇ ਵਿੱਚ, ਪਰ ਉਨੀ ਉਸ ਤਰ੍ਹਾਂ ਦੀ ਨੁਮਾਇੰਦਗੀ ਚ ਉਹਨੂੰ ਵੀ ਨਹੀਂ। ਰੱਖਿਆ ਇਹਦਾ ਨਹੀਂ ਜਾਂਦਾ। ਮਤਲਬ ਕੀ ਹੈ ਕਿ ਇਸ ਦੇਸ਼ ਦੇ ਜਿਹੜੇ 90% ਮੂਲ ਨਿਵਾਸੀ ਲੋਕ ਹੈ, ਜੀ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀਆਂ ਉਸ ਕਾਰਜਪਾਲਿਕਾ ਚੋਂ, ਵਿਧਾਨਪਾਲਿਕਾ ਚੋਂ, ਨਿਆਂਪਾਲਿਕਾ ਚੋਂ ਬਾਹਰ ਰੱਖਿਆ। ਤਾਂ ਤੁਹਾਨੂੰ ਨਿਆਂ ਜਿਹੜਾ ਹੈਗਾ ਉਹ ਕਿੱਥੇ ਮਿਲੇਗਾ? ਤਾਂ ਸਾਨੂੰ ਅੱਜ ਜਿਹੜੀ ਚੀਜ਼ ਕਰਨ ਦੀ ਜ਼ਰੂਰਤ ਹੈ, ਮੈਂ ਜੀ ਜਿਹੜੀ ਗੱਲ ਸਮਝਦਾ ਕਿ ਹੁਣ ਸਾਨੂੰ ਇਸ ਗੱਲ ਤੇ ਚਰਚਾ ਕਰਨੀ ਚਾਹੀਦੀ ਹੈ ਕਿ ਸਾਨੂੰ ਸੰਵਿਧਾਨ ਜਾਂ ਸੰਵਿਧਾਨਿਕ ਅਧਿਕਾਰਾਂ ਨੂੰ ਬਚਾਉਣ ਵਾਸਤੇ ਕਰਨਾ ਕੀ ਚਾਹੀਦਾ। ਸਰ ਜੀ ਇੱਕ ਮਿੰਟ ਰੁਕਿਓ। ਹਾਂਜੀ ਕਾਰਜਕ ਸਾਥੀਓ, ਕਿਉਂਕਿ ਕਹਾਣੀ ਲੰਬੀ ਹੈਗੀ ਆ ਤੇ ਥੋੜਾ ਵਿੱਚ ਮੈਂ ਵੀ ਯੋਗਦਾਨ ਪਾ ਦੇਵਾਂ। ਤੇ ਜਿਹੜਾ ਸਾਡਾ ਆ ਲਾਸਟ ਤੇ ਜਿਹੜਾ ਆ ਲਾਸਟ ਦੀ ਘੜੀ ਤੇ ਜਿਹੜਾ ਪ੍ਰੋਗਰਾਮ ਜਾ ਰਿਹਾ ਹੈਗਾ, ਤੇ ਸਰ ਹੁਣੀ ਜਿਹੜੀ ਗੱਲ ਕਰ ਰਹੇ ਆ ਨਾ, ਵੀ ਜਿੱਦਾਂ ਕਬੀਲਿਆਂ ਦੀ ਗੱਲ ਕਰਦੇ ਆ, OBC ਦੀ ਗੱਲ ਕੀਤੀ ਹੈਗੀ ਆ, ਕਹਿਣ ਦਾ ਮਤਲਬ ਸਰ ਜੀ ਨਤੀਜਾ ਇਹ ਨਿਕਲ ਕੇ ਆਇਆ ਕਿ 100 ਰੋਟੀ ਆ, ਜਿਹੜੀ 100 ਰੋਟੀ ਆ, ਮੰਨ ਲਓ ਕਿ 100 ਬੰਦਾ ਹੈਗਾ, ਤਾਂ ਹੁਣ ਸੋਚਣ ਵਾਲੀ ਗੱਲ ਆ ਕਿ 100 ਬੰਦੇ ਨੂੰ ਜਿਹੜੀ 100 ਰੋਟੀ ਕਿੰਨੀ ਕਿੰਨੀ ਆ ਗਈ, ਇੱਕ ਇੱਕ ਆਏਗੀ ਹੈ ਨਾ। ਤੇ ਜਿਹੜੇ 3% ਲੋਕ ਆ ਦੇਸ਼ ਵਿੱਚ, ਜਾਂ 15% ਕਹਿ ਲਓ, ਉਹ ਤਾਂ 50 ਰੋਟੀਆਂ ਤੋਂ ਉੱਪਰ ਖਾ ਰਹੇ ਆ। ਜਿਹੜੀ ਨੁਮਾਇੰਦਗੀ ਦੀ ਗੱਲ, ਉਹ 50 ਰੋਟੀਆਂ ਤੋਂ ਉੱਪਰ ਖਾ ਰਹੇ ਆ। ਬਾਕੀ ਲੋਕ ਜਿਹੜੇ ਆ ਹੱਕਦਾਰ ਆ ਰੋਟੀ ਦੇ, ਇੱਕ ਇੱਕ ਰੋਟੀ ਦੇ, ਉਹਨਾਂ ਤਾਂ ਰੋਟੀ ਨਹੀਂ ਮਿਲ ਰਹੀ। ਕਹਿਣ ਦਾ ਮਤਲਬ ਉਹਨਾਂ ਦੀ ਨੁਮਾਇੰਦਗੀ ਨਹੀਂ ਮਿਲ ਰਹੀ ਹੈਗੀ। ਜਿਸ ਤਰ੍ਹਾਂ OBC ਹੋਏ, ਜਿਸ ਤਰ੍ਹਾਂ ਆਦਿਵਾਸੀ ਹੋਏ, ਜਿਸ ਤਰ੍ਹਾਂ ਮੁਸਲਮਾਨ ਹੋਏ, ਜਾਣੀ ਕਿ ਕਿੰਨਾ ਅੰਧਕਾਰ ਇਹਨਾਂ ਲੋਕਾਂ ਨੇ ਮਚਾਇਆ ਹੋਇਆ ਹੈ। ਤੇ ਦੁਹਾਈ ਕੀ ਪਾਉਂਦੇ ਆ ਕਿ ਰਾਸ਼ਨ ਨੇ ਦੇਸ਼ ਬਰਬਾਦ ਕਰ ਦਿੱਤਾ। ਆਰਮੀ ਦਾ ਜਿਹੜਾ ਆ ਮੁੱਖ ਕੌਣ ਹੈ ਬਈ? ਲਾਜ ਆਰਮੀ ਦਾ ਕਿਸੇ ਵੀ ਡਿਪਾਰਟਮੈਂਟ ਦਾ ਤੁਸੀਂ ਲਾ ਲਓ, ਕੱਢ ਕੇ ਦੇਖੋ ਵੀ ਕੌਣ ਮੁੱਖ ਲੋਕ ਆ। ਸਿਹਤ ਮੰਤਰੀ ਕੌਣ ਆ ਬਈ? ਸੁਪਰੀਮ ਕੋਰਟ ਦੇ ਜੱਜ ਕੌਣ ਆ? ਸੁਪਰੀਮ ਕੋਰਟ ਦੇ ਵਕੀਲ ਕੌਣ ਆ? ਯੂਨੀਵਰਸਿਟੀਆਂ ਦੇ ਪ੍ਰੋਫੈਸਰ ਪ੍ਰਿੰਸੀਪਲ ਕੌਣ ਆ? ਇਹ ਪਤਾ ਲੱਗੇਗਾ ਜੇ ਤੁਸੀਂ ਇਸ ਸੰਵਿਧਾਨ ਨੂੰ ਪੜ੍ਹ ਲਓਗੇ। ਸੰਵਿਧਾਨ ਤੋਂ ਪੜ੍ਹਨ ਤੋਂ ਬਾਅਦ ਤੁਸੀਂ ਇਹ ਥੋੜਾ ਨਿਰੀਖਣ ਕਰੋਗੇ, ਜਾਂਚ ਕਰੋਗੇ, ਤਾਂ ਪਤਾ ਲੱਗੇਗਾ ਵੀ ਤੁਹਾਡੀ ਰੋਟੀ ਖਾ ਕੌਣ ਰਿਹਾ। ਕਿਤਾਬਾਂ ਰੋਟੀ ਨਹੀਂ ਦਿੰਦੀਆਂ, ਕਿਤਾਬਾਂ ਇਹ ਦੱਸ ਦਿੰਦੀਆਂ ਕਿ ਤੁਹਾਡੀ ਰੋਟੀ ਕੌਣ ਖਾ ਰਿਹਾ। ਹਾਂਜੀ ਸਰ ਜੀ, ਆਪਣਾ ਲਾਸਟ ਤੇ 2 ਮਿੰਟ ਵਿੱਚ ਤੁਸੀਂ ਜਿਹੜੀ ਗੱਲ, ਕੀ ਸੰਦੇਸ਼ ਦੇਣਾ ਚਾਹੁੰਦੇ ਆ? ਬਹੁਤ ਵਧੀਆ ਤੁਸੀਂ ਜਾਣਕਾਰੀਆਂ ਦਿੱਤੀਆਂ। ਸਾਨੂੰ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਹੈ ਕਿ ਸਾਨੂੰ ਆਪਣੇ ਸੰਵਿਧਾਨਕ ਅਧਿਕਾਰ ਦੇ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ, ਤੇ ਸਾਨੂੰ ਸੰਵਿਧਾਨਕ ਅਧਿਕਾਰਾਂ ਤੇ ਰਹਿਣਾ ਕਿ ਸਾਨੂੰ ਜਿਹੜਾ, ਅਸੀਂ ਜਾਤੀ ਨੂੰ ਛੱਡ ਕੇ ਅਸੀਂ ਇਸ ਗੱਲ ਤੇ ਆਈਏ ਕਿ ਸਾਡਾ ਜਿਹੜਾ ਮਨੁੱਖ ਹੈ ਜਾਂ ਜਿਹੜੀ ਸਾਡਾ ਕੋਈ ਸੰਸਥਾ ਹੈ, ਉਹ ਸੰਵਿਧਾਨਕ ਅਧਿਕਾਰਾਂ ਦੀ ਖਾਤਰ ਕਿਹੜੀ ਗੱਲ ਕਰਦੀ। ਅਗਰ ਕੋਈ ਪਾਰਟੀ ਸਾਡੇ ਸੰਵਿਧਾਨਕ ਅਧਿਕਾਰਾਂ ਦੇ ਖਿਲਾਫ ਹੈ, ਚਾਹੇ ਉਹ ਸਾਡੀ ਜਾਤੀ ਦਾ ਬੰਦਾ ਹੈ, ਚਾਹੇ ਉਹ ਸਾਡਾ ਕਿਸੇ ਰੂਪ ਚ ਕੁਛ ਵੀ ਹੈ, ਅਸੀਂ ਉਹਨੂੰ ਮਾਨਤਾ ਦੇਣ ਦੀ ਬਜਾਏ ਸਾਨੂੰ ਸੰਵਿਧਾਨਕ ਅਧਿਕਾਰਾਂ ਤੇ ਅਡਿੱਗ ਰਹਿਣਾ ਚਾਹੀਦਾ।
ਬਿਲਕੁਲ ਜੀ। ਔਰ ਦੂਸਰਾ ਜਿਹੜਾ ਹੈ, ਅਸੀਂ ਰਾਸ਼ਟਰੀ ਮੂਲ ਭਾਰਤੀ ਚਿੰਤਨ ਸੰਘ ਵੱਲੋਂ ਵੀ ਇੱਕ ਯਤਨ ਸ਼ੁਰੂ ਕੀਤਾ ਪਿਛਲੇ ਕਰੀਬ 11-12 ਸਾਲ ਤੋਂ, ਜੀ ਕਿ ਅਸੀਂ 26 ਜਨਵਰੀ ਨੂੰ ਬਹੁਜਨਾਂ ਦੀ ਦੀਵਾਲੀ ਵਜੋਂ ਮਨਾਉਣ ਦਾ ਇੱਕ ਸੰਕਲਪ ਆਪਣੇ ਲੋਕਾਂ ਨੂੰ ਦਿੱਤਾ ਹੈ। ਜੀ ਜੀ। ਸਾਡੀ ਦੀਵਾਲੀ ਹੈ ਜਿਹੜੀ ਉਹ 26 ਜਨਵਰੀ ਨੂੰ ਹੈ, ਕਿਉਂਕਿ ਬਿਲਕੁਲ ਉਸ ਦਿਨ ਸਾਨੂੰ ਉਹ ਸਾਰੇ ਸੰਵਿਧਾਨ ਮਿਲੇ, ਸੰਵਿਧਾਨਕ ਅਧਿਕਾਰ ਮਿਲੇ, ਜਿਹੜੇ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਹੈ ਔਰ ਮਹੱਤਵਪੂਰਨ ਹੈ। ਸਾਡਾ ਜੀਵਨ ਉਸ ਦਿਨ ਬਦਲਿਆ, ਸਾਨੂੰ ਅਧਿਕਾਰ ਮਿਲੇ, ਅਸੀਂ ਅੱਛਾ ਖਾਣ ਪੀਣ ਲੱਗੇ, ਅੱਛੀਆਂ ਨੌਕਰੀਆਂ ਤੇ ਲੱਗੇ। ਔਰ ਅੱਜ ਜੋ ਕੁਝ ਵੀ ਅਸੀਂ ਸਾਡਾ ਬਦਲਿਆ ਹੈ, ਉਹ ਭਾਰਤੀ ਸੰਵਿਧਾਨ ਕਰਕੇ ਬਦਲਿਆ ਹੈ। ਬਿਲਕੁਲ ਤਾਂ ਜੀ। ਸਾਨੂੰ ਜਿਹੜਾ ਹੈ ਉਹ 26 ਜਨਵਰੀ ਨੂੰ ਜਿਹੜਾ ਹੈ ਬਹੁਜਨਾਂ ਦੀ ਦੀਵਾਲੀ ਵੱਲੋਂ ਮਨਾਉਣ ਵਾਸਤੇ ਸਾਨੂੰ ਸੰਕਲਪ ਕਰਨਾ ਚਾਹੀਦਾ। ਬਿਲਕੁਲ ਔਰ ਜੀ। ਉਸ ਦਿਨ ਅਸੀਂ ਬੁੱਧ ਵਿਹਾਰ ਕੋਟਕਪੂਰਾ ਵਿਖੇ ਰਾਸ਼ਟਰੀ ਝੰਡਾ ਲਹਿਰਾਉਂਦੇ ਹਾਂ। ਫਿਰ ਜੀ ਭਾਰਤੀ ਸੰਵਿਧਾਨ ਤੇ ਬਾਬਾ ਸਾਹਿਬ ਤੇ ਚਰਚਾ ਕਰਦੇ ਹਾਂ, ਔਰ ਜੀ ਜੀ। ਸਾਨੂੰ ਕਰਨਾ ਕੀ ਚਾਹੀਦਾ ਉਹਦੇ ਵਾਸਤੇ। ਔਰ ਦੂਸਰਾ, ਸਾਨੂੰ ਅੱਜ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ, ਤੁਸੀਂ ਇਟਲੀ 'ਚ ਬੈਠੇ ਹੋ, ਮੈਂ ਭਾਰਤ 'ਚ ਬੈਠਾ ਗੱਲ ਕਰ ਰਿਹਾ, ਜੀ ਤਾਂ ਸਾਨੂੰ ਆਪਣੇ ਮੀਡੀਆ ਨਾਲ ਜੁੜਨਾ ਚਾਹੀਦਾ, ਬਿਲਕੁਲ ਜੀ। ਬਿਲਕੁਲ ਆਪਣਾ ਮੀਡੀਆ ਵਿਕਸਿਤ ਕਰਨਾ ਚਾਹੀਦਾ, ਸਾਨੂੰ ਬੋਲਣਾ ਸਿੱਖਣਾ ਚਾਹੀਦਾ ਹੈ, ਬਿਲਕੁਲ ਸਾਨੂੰ ਆਪਣੀ ਗੱਲ ਕਹਿਣ ਦਾ ਢੰਗ ਸਿੱਖਣਾ ਚਾਹੀਦਾ। ਬਿਲਕੁਲ ਜੀ। ਔਰ ਦੂਸਰੀ ਗੱਲ, ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਜਿਹੜੇ ਸਾਡੇ ਲੋਕ ਹੈ ਗਰਮ ਨਾਅਰੇ ਦਿੰਦੇ ਨੇ, ਹਨਾ, ਇੱਕ ਦੂਜੇ ਜੀ ਪ੍ਰਤੀ ਬਹੁਤ ਕੁਝ ਬੋਲਦੇ ਨੇ, ਨਫ਼ਰਤ ਫੈਲਾਉਂਦੇ ਜੀ। ਨੇ, ਉਹਨਾਂ ਜੀ ਤੋਂ ਜੀ। ਸੁਚੇਤ ਰਹਿਣਾ ਚਾਹੀਦਾ। ਬਿਲਕੁਲ ਜੀ। ਸਾਨੂੰ ਆਪਣੇ ਬਿਲਕੁਲ ਬੱਚਿਆਂ ਤੋਂ ਸਿੱਖਣਾ ਚਾਹੀਦਾ ਕਿ ਲੜਾਈ ਕਿਵੇਂ ਲੜਨੀ। ਬਿਲਕੁਲ ਜੀ। ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ। ਬਾਬਾ ਸਾਹਿਬ ਨੇ ਲੜਾਈ ਕਿਸ ਤਰ੍ਹਾਂ ਲੜੀ, ਉਹਨਾਂ ਨੇ ਕਿਸੇ ਨੂੰ ਗਾਲਾਂ ਕੱਢ ਕੇ ਲੜਾਈ ਨਹੀਂ ਲੜੀ। ਬਿਲਕੁਲ ਜੀ। ਉਹਨਾਂ ਬਿਲਕੁਲ ਨੇ ਆਪਣੇ ਵਿਦਵਤਾ ਪੂਰਨ, ਉਹਨਾਂ ਨੇ ਸਮਾਜ ਨੂੰ ਪੜ੍ਹਿਆ, ਆਪਣੇ ਲੋਕਾਂ ਨੂੰ ਪੜ੍ਹਿਆ, ਆਪਣੇ ਲੋਕਾਂ 'ਚ ਬਿਲਕੁਲ ਗਏ, ਆਪਣੀ ਸਮੇਂ-ਸਮੇਂ ਸਿਰ ਜੋ ਰਣਨੀਤੀ ਬਣਾਉਣੀ ਚਾਹੀਦੀ ਸੀ ਉਹਨੇ ਰਣਨੀਤੀ ਬਣਾਈ। ਸਾਬਕਾ ਬਿਲਕੁਲ ਸ਼੍ਰੀ ਰਾਮ ਦਾ ਸੰਘਰਸ਼ ਅਸੀਂ ਦੇਖ ਸਕਦੇ ਹਾਂ। ਤਾਂ ਬਿਲਕੁਲ ਜੀ। ਸਾਡੀ ਜ਼ਰੂਰਤ ਹੈ ਕਿ ਅਸੀਂ ਬੋਲਣਾ ਸਿੱਖੀਏ, ਇਤਿਹਾਸ ਨੂੰ ਪੜ੍ਹੀਏ, ਸਮਝੀਏ ਤੇ ਆਪਣੇ ਲੋਕਾਂ ਨੂੰ ਦੱਸੀਏ। ਬਿਲਕੁਲ ਜਿੰਨਾ ਚਿਰ ਅਸੀਂ ਆਪਣੇ ਲੋਕਾਂ ਨੂੰ ਗਿਆਨਵਾਨ ਨਹੀਂ ਬਣਾਵਾਂਗੇ, ਆਪਣੇ ਲੋਕਾਂ ਨੂੰ ਸਿੱਖਿਅਤ ਨਹੀਂ ਕਰਾਂਗੇ, ਆਪਣੇ ਲੋਕਾਂ ਦਾ ਮਨੋਬਲ ਨਹੀਂ ਵਧਾਵਾਂ, ਉਹਨਾਂ ਨਾਲ ਜੀ ਬੈਠ ਕੇ ਗੱਲ ਨਹੀਂ ਕਰਾਂਗੇ, ਉਹਨਾਂ ਦੇ ਵਿੱਚ ਭਾਈਚਾਰਕ ਸਾਂਝ ਪੈਦਾ ਨਹੀਂ ਕਰਾਂਗੇ, ਉਦੋਂ ਤੱਕ ਸਾਡੀ ਜਿਹੜੀ ਹੈ ਲੜਾਈ ਆ ਉਹ ਕਿਤੇ ਨਾ ਕਿਤੇ ਅਧੂਰੀ ਰਹੇਗੀ। ਜੀ ਤਾਂ ਜੀ। ਜੀ ਮੈਨੂੰ ਲੱਗਦਾ ਕਿ ਅੱਜ ਇੱਕ ਇਹ ਮੀਡੀਆ ਵੀ ਸਾਡੇ ਨਾਲ ਸ਼ਰਾਰਤ ਕਰਦਾ ਹੈ। ਜਿਹੜਾ ਮੇਨ ਹਾਂਜੀ ਸਟ੍ਰੀਮ ਮੀਡੀਆ ਹੈ ਉਹ ਸਾਡੀ ਸ਼ਰਾਰਤ ਕਰਦਾ ਹੈ, ਹਾਂਜੀ। ਸਾਡੀ ਕਿਸੇ ਚੰਗੀ ਗੱਲ ਨੂੰ ਉਹ ਨਹੀਂ ਵਾਰਦਾ, ਬਿਲਕੁਲ ਸਾਡੇ ਸੰਘਰਸ਼ ਨੂੰ ਨਹੀਂ ਵਾਰਦਾ। ਜਦੋਂ ਹੀ ਸਾਡੇ ਤੇ ਕੋਈ ਤਸ਼ੱਦਦ ਹੁੰਦਾ ਤਾਂ ਉਹਦੀ ਖਬਰ ਹੈ ਜਿਹੜੀ ਉਹ ਮੇਨ ਸਟ੍ਰੀਮ ਮੀਡੀਆ ਤੇ ਆਉਂਦੀ ਹੈ। ਜੀ ਫਿਰ ਜੀ। ਸਾਡੇ ਲੋਕ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਹਾਂਜੀ ਕਿ ਇਹ ਕੀ ਕਰਦੇ ਆ, ਠੀਕ ਆ, ਦੇਖੋ ਜੀ ਉਹਨੇ ਉੱਥੇ ਕੀ ਹੋ ਗਿਆ। ਕਿਉਂਕਿ ਉਹਨਾਂ ਨੇ ਖਬਰ ਹੈ ਜਿਹੜੀ ਸਾਡੀ ਕਮਜ਼ੋਰ ਦੇਣੀ ਹੈ ਖਬਰ, ਜਾਣੀ ਸਾਡੀ ਬਿਲਕੁਲ ਜਿਹੜੀ ਸਾਡੇ ਜ਼ੁਲਮ ਦੀ ਖਬਰ ਦੇਣੀ ਹੈ। ਸਾਡਾ ਕੋਈ ਬੱਚਾ ਕਿਸੇ ਤਰ੍ਹਾਂ ਉਹਦਾ ਕਿਸੇ ਨਾ ਕਿਸੇ ਤਰ੍ਹਾਂ ਉਹ ਸਿਸਟਮ ਦੇ ਨਾਲ ਲੜਦਾ ਹੋਇਆ ਹਾਂਜੀ ਹਾਂਜੀ। ਉਹ ਆਪਣੇ ਆਪ ਨੂੰ ਸੁਸਾਈਡ ਕਰ ਗਿਆ, ਜਾਂ ਇਸ ਤਰ੍ਹਾਂ ਦੀਆਂ ਹਾਂਜੀ ਹਾਂਜੀ। ਜਿਹੜੀਆਂ ਘਟਨਾਵਾਂ ਨੂੰ ਉਹ ਬਹੁਤ ਜ਼ਿਆਦਾ ਹਾਈਲਾਈਟ ਕਰਦਾ ਤਾਂ ਜੀ ਕਿ ਉਹ ਜੀ ਜੀ। ਸਾਨੂੰ ਕਮਜ਼ੋਰ ਸਾਬਤ ਕਰ ਸਕੇ। ਕਮਜ਼ੋਰ ਬਿਲਕੁਲ। ਅਸੀਂ ਮਜ਼ਬੂਤ ਹੁੰਨੇ ਆ ਜਿੱਥੇ ਸਾਡੇ ਲੋਕ ਬੋਲਦੇ ਆ, ਜਿੱਥੇ ਸਾਡੀਆਂ ਪ੍ਰਾਪਤੀਆਂ ਸੰਘਰਸ਼ ਦੀਆਂ, ਉਹਨਾਂ ਦਾ ਕਦੇ ਉਹ ਜ਼ਿਕਰ ਨਹੀਂ ਕਰਦਾ। ਨਹੀਂ ਕਰਦੇ ਜੀ, ਨਹੀਂ ਕਰਦੇ। ਹਾਂ, ਇਸ ਕਰਕੇ ਸੋ ਸਾਨੂੰ ਉਹ ਮੀਡੀਆ ਦੇ ਛੜਯੰਤਰ ਤੋਂ ਬਚਣ ਦੀ ਜ਼ਰੂਰਤ ਹੈ। ਬਿਲਕੁਲ ਜੀ ਔਰ ਬਿਲਕੁਲ। ਸਾਨੂੰ ਆਪਣੇ ਲੋਕਾਂ 'ਚ ਬੈਠ ਕੇ ਬਾਬਾ ਸਾਹਿਬ ਦੀ ਗੱਲ, ਆਪਣੇ ਮਹਾਪੁਰਸ਼ਾਂ ਦੀ ਗੱਲ, ਗੁਰਦਾਸ ਦੀ, ਵਾਲਮੀਕੀ, ਗੁਰੂ ਨਾਮਦੇਵ, ਕਬੀਰ, ਜੀ ਮਹਾਤਮਾ ਜੀ। ਬੁੱਧ, ਇਹਨਾਂ ਦੀਆਂ ਗੱਲਾਂ ਸਾਡੇ ਕੋਲ ਕਿੰਨਾ ਬੇਥਾਹ ਇਤਿਹਾਸ ਹੈ ਸਾਡਾ। ਬਿਲਕੁਲ ਜੀ ਬਿਲਕੁਲ। ਕਿ ਆਪਣੇ ਲੋਕਾਂ ਦੀ ਗੱਲ, ਆਪਾਂ ਨੇ ਲੋਕਾਂ ਨੂੰ ਉਹ ਗੱਲ, ਉਹਨਾਂ ਦੀਆਂ ਮਹਾਪੁਰਸ਼ਾਂ ਦੀਆਂ ਗੱਲਾਂ ਸਮਝਾ ਸਕਦੀ ਹੈ। ਬਿਲਕੁਲ ਜੀ ਬਿਲਕੁਲ। ਬਜਾਏ ਅਸੀਂ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚੀਏ, ਬਜਾਏ ਇਸ ਦੇ ਕਿ ਅਸੀਂ ਇੱਕ ਦੂਜੇ ਨੂੰ ਮਾੜਾ ਕਹੀਏ। ਜੀ ਤਾਂ ਮੇਰੀ ਇਹ ਹਮੇਸ਼ਾ
ਇਹ ਗੱਲ ਮੈਂ ਆਪਣੇ ਦਿਮਾਗ ਦੇ ਵਿੱਚ ਵਸਾ ਕੇ ਰੱਖੀ ਹੈ। ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਤੋਂ ਇਹ ਗੱਲ ਸਿੱਖੀ ਹੈ ਜੀ ਕਿ ਅਸੀਂ ਆਪਣੇ ਲੋਕਾਂ ਦੇ ਨਾਲ, ਠੀਕ ਹੈ, ਕੁਝ ਲੋਕ ਗਲਤ ਹੋ ਸਕਦੇ ਆ ਸਾਡੇ, ਹਾਂਜੀ ਕੁਝ ਲੋਕ ਅਗਿਆਨੀ ਹੋ ਸਕਦੇ ਆ, ਜੀ ਹਨਾ, ਕੁਝ ਲੋਕਾਂ ਨੂੰ ਸਮਝ ਘੱਟ ਹੋ ਸਕਦੀ ਆ, ਸਾਨੂੰ ਵੀ ਸਮਝ ਘੱਟ ਹੋ ਸਕਦੀ ਆ। ਅਸੀਂ ਬਿਲਕੁਲ ਵੀ, ਅਸੀਂ ਕਿਹੜਾ ਕੋਈ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵਿਦਵਾਨ ਹੈ। ਹਾਂ, ਸਾਨੂੰ ਜਿੰਨੀ ਕੁ ਸਮਝ ਲੱਗੀ ਆ ਅਸੀਂ ਆਪਣੇ ਲੋਕਾਂ 'ਚ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੋਰ ਜ਼ਿਆਦਾ ਸਮਝ ਹੋਏਗੀ ਤਾਂ ਹੋਰ ਜ਼ਿਆਦਾ ਸਿੱਖਾਂਗੇ, ਅਸੀਂ ਆਪਣੇ ਲੋਕਾਂ ਤੋਂ ਸਿੱਖਾਂਗੇ, ਆਪਣੇ ਜਿਹੜੇ ਲੋਕ ਹੋਣਗੇ ਉਹਨਾਂ ਤੋਂ ਸਿੱਖ ਲਾਂਗੇ। ਅਸੀਂ ਚੰਗੀ ਗੱਲ ਕਹਿਣੀ ਸਿੱਖ ਲਾਂਗੇ, ਅੱਜ ਚੰਗੀ ਨਹੀਂ ਕਹੀ ਤਾਂ ਕੱਲ ਨੂੰ ਚੰਗੀ ਗੱਲ ਕਹਿਣੀ ਸਿੱਖ ਲਾਂਗੇ, ਸਿੱਖਾਂਗੇ ਬਿਲਕੁਲ ਅਸੀਂ। ਪਰ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਦੂਜੇ ਨੂੰ ਅਸੀਂ ਬੁਰਾ ਨਾ ਕਹੀਏ, ਉਸ ਨੂੰ ਅਸੀਂ ਨੀਵਾਂ ਨਾ ਦਿਖਾਈਏ, ਜੀ 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 ਜਾਂ ਉਹਦੀ ਗੱਲ ਨੂੰ ਜਿਹੜੀ ਗੱਲ ਉਹਦੀ ਸਹੀ ਨਹੀਂ ਆ ਉਸ ਨੂੰ ਸਹੀ ਕਰਨ ਦਾ ਅਸੀਂ ਯਤਨ ਕਰੀਏ। ਤਾਂ ਅਗਰ ਇਸ ਤਰ੍ਹਾਂ ਦੀ ਅਸੀਂ ਯਤਨ ਰੱਖਾਂਗੇ, ਬਸ ਮਨ 'ਚ ਇਹੀ ਗੱਲ ਰੱਖਣੀ ਹੈ ਕਿ ਸੰਵਿਧਾਨਕ ਅਧਿਕਾਰ, ਕਿ ਜਿਹੜਾ ਬਹੁਤ ਬੰਦਾ ਸਾਡੇ ਸੰਵਿਧਾਨਕ ਅਧਿਕਾਰਾਂ ਦੀ ਗੱਲ ਨਹੀਂ ਕਰਦਾ, ਭਾਰਤੀ ਜੀ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਦੀ ਲਿਖੀ ਹੋਈ ਗੱਲ ਨੂੰ ਪ੍ਰਵਾਨ ਨਹੀਂ ਕਰਦਾ, ਉਹ ਸਾਡਾ ਕਦੇ ਨਹੀਂ ਹੋ ਸਕਦਾ। ਚਾਹੇ ਉਹ ਬਿਲਕੁਲ ਸਾਡੀ ਜਾਤੀ ਦਾ ਬੰਦਾ ਵੀ ਹੋਵੇ, ਤਦ ਵੀ ਅਸੀਂ ਕਦੇ ਉਹਨੂੰ ਪ੍ਰਵਾਨ ਕਰਨ ਨੂੰ ਨਹੀਂ ਸਿੱਖਾਂਗੇ। ਬਿਲਕੁਲ ਤਾਂ ਇਸ ਤਰ੍ਹਾਂ ਦੀ ਜਿਹੜੀ ਮਾਨਸਿਕਤਾ, ਇਸ ਤਰ੍ਹਾਂ ਦਾ ਦ੍ਰਿਸ਼ਟੀਕੋਣ ਜਿਹੜਾ ਹੈਗਾ ਉਹ ਸਾਨੂੰ ਬਣਾਉਣ ਦੀ ਜ਼ਰੂਰ ਜੀ ਬਹੁਤ ਜ਼ਰੂਰਤ ਹੈ। ਜੀ ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਡਾ, ਥੈਂਕ ਯੂ। ਇਹ ਸਨ ਧੰਨਵਾਦ। ਜੋਗਿੰਦਰ ਸਿੰਘ ਬਲਮਗੜ੍ਹ ਜੀ, ਸਰਦਾਰ ਜੋਗਿੰਦਰ ਸਿੰਘ ਬਲਮਗੜ੍ਹ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਸੋ ਸਤਿਕਾਰਯੋਗ ਸਾਥੀਓ, ਕਿਸੇ ਦੀ ਨਾ ਉਡੀਕ ਕਰੀਏ। ਹਰ ਇੱਕ ਬੰਦੇ ਨੂੰ ਇਹ ਸੋਚਣਾ ਚਾਹੀਦਾ ਕਿ ਕੰਮ ਮੈਨੂੰ ਹੀ ਕਰਨਾ ਪੈਣਾ, ਹਾਂ, ਕਿਸੇ ਨੇ ਨਹੀਂ ਬਿਲਕੁਲ ਕਰਨਾ। ਆਪਣੇ ਇਹ ਹਿੱਸੇ ਦੀ ਮੇਰਾ ਲੜਾਈ ਫਰਜ਼ ਲੜਨੀ ਆ। ਸ਼ੁਰੂ ਕਰਤਾ। ਹਾਂ, ਸਾਡੇ ਪੁਰਖ ਨੇ ਆਪਣੇ, ਇਹੀ ਹਾਂ ਸੋਚਿਆ ਸੀਗਾ, ਇਹੀ ਕੀਤਾ। ਹਾਂ ਇਹਨਾਂ ਨੇ ਕਿਸੇ ਦੀ ਹਾਂ ਉਡੀਕ ਨਹੀਂ ਕੀਤੀ, ਹੂੰ ਕਿਉਂਕਿ ਮਾਨਸ ਜਨਮ ਦਾ ਲੰਭ ਹੈ, ਹੋਤ ਨਾ ਬਾਰੋ ਬਾਰ। ਜੋ ਫਲ ਬਿਲਕੁਲ ਪੰਕੇ ਭੋਗਰੇ ਬਹੁ ਨਾ ਲਾਗੇ ਡਰ, ਅਗਲਾ ਕੋਈ ਜਨਮ ਨਹੀਂ ਹੈਗਾ। ਤਾਂ ਬਾਬਾ ਹਾਂ ਸਾਹਿਬ ਇਹ ਕਹਿੰਦੇ ਹਨ ਕਿ ਹਾਂ ਮਨੁੱਖ ਜਿਹੜਾ ਹੈ ਨਾ, ਉਹ ਕਿਸ ਕਰਕੇ ਹੂੰ ਕਮਾਉਂਦਾ? ਢਿੱਡ ਕਰਕੇ। ਕਹਿੰਦੇ ਉਹ ਤੋਂ ਬਾਅਦ ਕਹਿੰਦੇ ਬੱਚਿਆਂ ਕਰਕੇ, ਫਿਰ ਕਹਿੰਦੇ ਉਹ ਤੋਂ ਬਾਅਦ ਬੰਗਲਾ ਬਾੜੀ। ਬਾਬਾ ਸਾਹਿਬ ਹੂੰ ਆਪੇ ਸਵਾਲ ਕਰਦੇ ਤੇ ਆਪੇ ਜਵਾਬ ਦਿੰਦੇ ਆ। ਆਖਰ ਤੇ ਹੂੰ